ਪੈ ਜੇ ਭਾਈ। ਮੈਂ ਜ਼ਰੂਰ ਮੈਂ ਕਿਹਾ ਵੇਚਣਾ ਯਾਰ, ਵੇਚਿਆ ਵੀ ਇੱਥੇ ਕੀ ਬਣਦਾ। ਚਲੋ ਇੰਝ ਹੀ ਬੰਦਾ ਕਿਸੇ ਨੂੰ ਦੇ ਛੱਡਦਾ। ਨਹੀਂ ਉਹਦੀ ਗੱਲ ਵੇਖੋ, ਸੋਚ ਕਿੱਥੇ ਤੱਕ ਰਵੇ। ਉਹਨੇ ਪਲਾਟ ਲੈਣਾ, ਬੰਦਾ ਪੁੱਛੇ ਵੀ ਤੂੰ ਨਵੇਂ ਪਲਾਟ ਕੀ ਲੈਣਾ। ਇਹਨੇ ਬੈਚ ਕੀਤੀ ਹੀ ਸੀ, ਬੈਚ ਵੀ ਇਹਦੀ ਕਿਸ ਵਜ੍ਹਾ ਨਾਲ ਹੋਈ ਮੈਂ ਤੁਹਾਨੂੰ ਕਹਿੰਦਾ ਟੈਲੀਫੋਨ ਦੱਸਾਂਗਾ ਇੱਥੇ ਨਹੀਂ। ਇਹ ਉੱਥੇ ਜਾ ਕੇ ਕੀ ਕਹਿੰਦੇ ਨੇ ਦਰਦ ਆਫਤ 2 ਹਫ਼ਤੇ ਰਹਿ ਕੇ ਜਾ ਕੇ ਰਹਿੰਦਾ। ਇਹ ਮੁਖਬਰ ਜਿਹਾ ਬੰਦਾ ਹੈ, ਪਰ ਇਹਨੂੰ ਪਤਾ ਹੈ ਇਹੋ ਜਿਹੇ ਕਈ ਮਾਰੇ ਗਏ ਇੱਥੇ। ਜ਼ਿਆਲਾ ਕੰਗਰੇ ਮਾਰੇ ਗਏ। ਇਹ ਜਨਾਬ ਜੀ ਉਹ ਕੀ ਨਾਂ ਹੈ, ਕਿਸੇ ਖੇਤ ਦੀ ਮੂਲੀ ਹੀ ਨਹੀਂ। 52 ਸਾਲ ਦਾ ਜਿਹੜਾ ਕੁੱਤਾ ਸੀ ਜਿਹਦੇ ਗਲੇ 'ਚ ਪਟਾ ਪਾ ਕੇ ਜਨਾਬ ਜੀ ਤੇ ਉਹਨਾਂ ਨੇ ਰੱਸੀ ਖਿੱਚ ਦਿੱਤੀ ਸੀ। ਉਹ ਜਨਾਬ ਜੀ ਹੁਣ ਮੌਲਵੀ ਕਹਿਣ ਕਿ ਇੱਕ ਦਿਨ ਅੱਗੇ ਪਿੱਛੇ ਕਰ ਲੋ। ਉਹਨਾਂ ਨੇ ਕਿਹਾ ਨਾ ਜੀ ਇਹ 52 ਸਾਲ ਦਾ ਕੁੱਤਾ ਇੱਥੇ ਹੀ ਮਰਨਾ ਜਨਾਬ। 53 ਦਾ ਨਹੀਂ ਹੋਣਾ। ਹਾਂ ਇਹ 52 ਦਾ ਹੋ ਗਈ, ਕੁੱਤਾ ਮਰਿਆ ਸੀ। ਠੀਕ ਹੈ, ਤੇ ਇਹ ਆਪਣੇ ਮਾਸੜ ਦੀ ਕਮਾਈ ਖਾਂਦਾ। ਉਹ ਮਾਸੜ ਇਹਦਾ ਵੀ ਅਹਿਮਦੀ ਹੈ, ਮਾਸੀ ਵੀ ਇਹਦੀ ਅਹਿਮਦੀ ਹੈ, ਜਰਮਨ ਹੁੰਦੀ ਹੈ। ਇਹ ਕੁੱਤਾ ਐਡਾ ਖਬੀਸ ਹੈ, ਇਹ ਐਡਾ ਖਬੀਸ ਮਾਂ ਦਾ ਬੱਚਾ ਵਾ। ਜਿੰਨਾ ਦਾ ਖਾਂਦਾ ਨਾ ਇਹ ਐਸਾ ਕੁੱਤਾ ਵਾ, ਉਸੇ ਭਾਂਡੇ 'ਚ ਮੂਤਦਾ ਜਿੱਥੇ ਅਸਲ 'ਚ ਨਮਕ ਹਰਾਮੀ ਜਿਹੜੇ ਆ ਨਾ, ਨਮਕ ਹਰਾਮ ਨਹੀਂ ਹੋਣਾ ਚਾਹੀਦਾ ਉਹ ਨਹੀਂ। ਜਿੱਥੇ ਬੰਦਾ ਖਾਂਦਾ ਉੱਥੇ ਤੇ ਹਲਾਲ ਦਾ ਬਣੇ। ਇਹ ਹਲਾਲ ਦੀ ਸੱਟ ਹੀ ਨਹੀਂ ਹੈਗੀ। ਇਹਨਾਂ ਲੋਕਾਂ ਦੀ ਖਸਲਤ ਹੀ ਇਹੋ ਜਿਹੀ, ਇਸ ਵਾਸਤੇ ਇਹਨਾਂ ਨੂੰ ਡਿਸਕਸ ਕਰਨ ਦੀ ਲੋੜ ਹੀ ਨਹੀਂ। ਉਹ ਰੋਜ਼ ਹੀ ਆ ਜਾਂਦਾ, ਰੋਜ਼ ਹੀ ਆ ਕੇ ਨਵਾਂ। ਉਹ ਅੱਜ ਕੱਲ ਮੌਲਵੀ ਉਹ ਮੁਫਤਰੀ ਜਿਹੜਾ ਮੋਚੀ ਹੈ ਨਾ, ਉਹਦੀ ਝੋਲੀ 'ਚ ਜਾ ਕੇ ਬਹਿੰਦਾ ਹੈ। ਉਹਨੂੰ ਸਾਹਿਬ ਕਹਿੰਦਾ, ਜਿਹੜਾ ਉਹਨੂੰ ਸਾਹਿਬ ਉਹਨੇ ਮੈਨੂੰ ਲੱਗਦਾ ਇਹਨੂੰ ਕਿਤੇ ਪਠਾਣ ਵਾਲਾ ਕੰਮ ਕਰ ਛੱਡਿਆ ਇਹਨਾਂ ਤੇ। ਉਹਦਾ ਕਾਣਾ ਹੋ ਗਿਆ ਮੈਨੂੰ ਲੱਗਦਾ ਹੁਣ। ਉਹ ਐਡਾ ਗੰਦਾ ਆਦਮੀ ਹੈ ਕਿ ਕੀ ਨਾਂ ਹੈ, ਉਹਨੇ ਕੁਰਾਨੇ ਪਾਕ ਦੀ ਸੂਰਤ ਦੀ ਇਸ ਤਰੀਕੇ ਨਾਲ ਵਿਗਾੜ ਕੇ ਤੇ ਜਨਾਬ ਜੀ ਨੇ ਤੇ ਮਤਲਬ ਨੂੰ ਸਮਝ ਨਹੀਂ ਆਉਂਦੀ ਮੌਲਵੀਆਂ ਨੂੰ ਕਿ ਵੀ ਦੀਨ ਕਾਹਦਾ ਲਈ ਫਿਰਦੇ ਹੋ। ਇਹਨੇ ਗੁਸਤਾਖੀ ਕੀਤੀ ਏ, ਉਹਨੂੰ ਤੁਸੀਂ ਪੁੱਛਣ ਨਹੀਂ ਦੇ। ਬੜਾ ਮਿੱਠਾ ਕਿੰਨੂ ਹੈ। ਕਿੰਨੂ ਅੱਜ ਕੱਲ ਮਿੱਠੇ ਹੁੰਦੇ ਨੇ, ਤੇ ਕਿੰਨੂ ਸਰਦੀਆਂ ਨਹੀਂ ਮਿੱਠੇ ਹੋਣੇ ਤੇ ਗਰਮੀਆਂ 'ਚ ਹੋਣੇ ਨੇ, ਜਦੋਂ ਕਿਸੇ ਕੰਮ ਦੇ ਨਹੀਂ ਰਹਿ ਜਾਂਦੇ ਪਏ ਸਟੋਰ 'ਚ। ਨਹੀਂ ਅੱਜ ਕੱਲ ਬੜੇ ਜ਼ਬਰਦਸਤ ਕਿੰਨੂ ਆਏ ਆ। ਹਾਂਜੀ ਅੱਜ ਕੱਲ ਕਿੰਨੂ ਬਹੁਤ ਜ਼ਬਰਦਸਤ ਕਿੰਨੂ ਵਾਕਿਆ ਕਿੰਨੂਆਂ ਦਾ ਮੌਸਮ ਹੈ ਜੀ। ਅੱਛਾ ਇਹਨਾਂ ਦੇ ਕਿੰਨੂ ਪਹਿਲੋਂ ਲੀਡਰ ਲੈਡੀ ਤੋਂ ਲਓ ਨਾ ਕਿੰਨੂ, ਤੇ ਉਹਨਾਂ 'ਚੋਂ ਆਪਣਾ ਬੀ ਨਹੀਂ ਨਿਕਲਦੇ, ਲੇਕਿਨ ਤੁਰਕੀ ਔਰ ਲੈ ਕੇ ਆਓ ਤੇ ਉਹ ਬੀ ਵੀ ਉਹਦੇ ਵਿੱਚ ਹੁੰਦੇ ਨੇ। ਉਹ ਅਸਲ ਹੁੰਦੇ ਨੇ। ਇਹ ਤੁਰਕੀਆਂ ਕੋ ਹੁੰਦੇ ਨਾ, ਤੁਹਾਨੂੰ ਮੈਂ ਦੱਸਿਆ ਇਹ ਸਪੇਨ ਦਾ ਹੁੰਦਾ ਕਿੰਨੂ। ਅੱਛਾ ਉਹਦਾ ਜ਼ਾਇਕਾ ਵੀ ਚੰਗਾ, ਕਿਉਂਕਿ ਉਹ ਉੱਥੇ ਦਾ ਕਿੰਨੂ ਜਿਹੜਾ ਨਾ ਉਹ ਤਕਰੀਬਨ ਪਾਕਿਸਤਾਨ ਅੰਗਰਾ ਤਾਂ ਨਹੀਂ ਹੁੰਦਾ, ਤਕਰੀਬਨ ਹੋ ਜਾਂਦਾ। ਯਾਰ ਕਿਨਾ ਬੀਬਲਾ ਐਸਾ ਕਿੱਥੋਂ ਹੁੰਦੇ ਮਾਲਟੇ? ਸਪੇਨ ਤੋਂ ਜਾਂ ਕਿ ਇਟਲੀ ਤੋਂ? ਸਪੇਨ ਤੋਂ ਆਉਂਦੇ ਨੇ, ਇਟਲੀ ਤੋਂ। ਦਰਖਤਾਂ ਤੋਂ ਲੱਦਦੇ ਨੇ ਤੇ ਫਿਰ ਆ ਜਾਂਦੇ ਨੇ। ਨਹੀਂ ਅਸਲ ਜਿਹੜਾ ਹੈਗਾ ਨਾ ਕਿੰਨੂ ਪਾਕਿਸਤਾਨ ਦਾ, ਉਹ ਮਿੱਠਾ ਤੇ ਹੁੰਦਾ, ਪਰ ਉਹਦੇ 'ਚ ਮਾੜੀ ਜਿਹੜੀ ਤੁਰਸ਼ ਖਟਾਸ ਦੀ ਹੈ ਨਾ, ਉਹ ਬੜਾ ਜ਼ਾਇਕਾ ਦਿੰਦੀ ਹੈ। ਜਿਹੜਾ ਹੈ ਨਾ ਇੱਥੇ ਦਾ ਕੀ ਕਹਿੰਦੇ ਸਪੇਨ ਦਾ, ਇਹ ਬਹੁਤਾ ਹੀ ਮਿੱਠਾ ਹੋ ਜਾਂਦਾ। ਇਹ ਵੈਸੇ ਤੁਸੀਂ ਇਹ ਬੀਬਲਾ ਖਜੂਰ ਕਿੱਥੋਂ ਮੰਗਵਾਉਂਦੇ ਜੀ? ਬੜੀ ਮਿੱਠੀ ਹੈ ਯਾਰ ਖਜੂਰਾਂ। ਇੱਥੇ ਇਹ ਚੀਜ਼ਾਂ ਇੱਥੇ ਮਿਲ ਜਾਂਦੀਆਂ ਨੇ, ਮੰਡੀ ਇੱਥੇ ਹੈਗੀ ਹੈ, ਕੀ ਕਹਿੰਦੇ ਨੇ, ਬਹੁਤ ਮਿੱਠੀ ਖਜੂਰ ਆ ਯਾਰ। ਜਿਹੜੇ ਮੈਂ ਲੈ ਕੇ ਆਇਆ ਵਾਂ 3 ਡੱਬੇ ਲੈ ਕੇ ਆਇਆ ਵਾਂ। 2 ਨਹੀਂ ਹੈ ਕਿੱਥੋਂ ਦੀ ਹੈ ਖਜੂਰ? ਇਹ ਪੁੱਛਣ ਦਾ ਮਤਲਬ ਇਹ ਖਜੂਰਾਂ ਜ਼ਿਆਦਾ ਮੈਨੂੰ ਲੱਗਦਾ ਇੱਥੇ ਅਰਬ ਇਲਾਕੇ ਚੋਂ ਹੀ ਆਉਂਦੀਆਂ ਨੇ, ਹੋਰ ਕਿੱਥੋਂ ਆਣੀਆਂ ਨੇ। ਇਦੋਂ ਕੀ ਕਹਿੰਦੇ ਨੇ ਲੈ ਕੇ ਆਇਆ, ਬੜੀ ਮੋਟੀ ਖਜੂਰ ਹੈ ਯਾਰ। ਇਹ ਜਿਹੜੀ ਕਾਲੀ ਜੀ ਹੁੰਦੀ ਹੈ ਮੋਟੀ ਸਾਰੀ, ਉਹ ਤੇ ਆਰਾਮ ਦੀ ਹੁੰਦੀ ਹੈ। ਅਜਵਾ ਦਾ ਜਿਹੜਾ ਮਜ਼ਾ ਹੈ ਨਾ, ਉਹ ਕਿਸੇ 'ਚ ਨਹੀਂ ਹੈ। ਅਜਵਾ ਵੀ ਖਾਧੀ ਯਾਰ, ਵਾਕਈ ਅਜਵਾ ਛੋਟੀ ਜਿਹੀ ਖਜੂਰ ਆ, ਬਾਰਾ ਲਓ ਗਿਟਕ ਬਹੁਤ ਛੋਟੀ ਉਹਦੀ। ਹਾਂਜੀ ਉਹਦੀ ਮਿਠਾਸ ਬੜੀ ਮੁਨਾਸਿਬ ਹੁੰਦੀ ਹੈ ਯਾਰ। ਮੈਨੂੰ ਸਹੀ ਗੱਲ ਦੱਸੋ, ਇੱਕ ਵਾਕਿਆ ਜਿਹੜਾ ਸੁਣਿਆ ਉਹਦੀ ਗਿਟਕ ਦਾ ਹੀ ਯਾਰ। ਹਾਂਜੀ ਉਹ ਠੀਕ ਹੈ, ਹਦੀਸ ਮੌਜੂਦ ਹੈ ਉਹਦੇ ਵਾਸਤੇ। ਹਦੀਸ ਲੱਭ ਲਓ, ਉਹਦੇ ਪਤਾ ਲੱਗ ਜਾਏਗਾ ਤੁਹਾਨੂੰ। ਇਹ ਉਹ ਮਤਲਬ ਕਿ ਤੁਹਾਨੂੰ ਪਤਾ ਅਜਵਾ ਖਜੂਰ ਜਿਹੜੀ ਹੈ ਉਹ ਸਭ ਤੋਂ ਗਰਮ ਹੈ। ਜਿੱਡੀ ਮਰਜ਼ੀ ਤੁਸੀਂ ਖਜੂਰਾਂ ਲੈ ਆਵੋ, ਹੈ ਜਿੰਨੀ ਉਹ ਨਿੱਕੀ ਹੈ ਨਾ ਓਨੀ ਤਿੱਖੀ ਆ। ਤੁਹਾਨੂੰ ਮੈਂ ਅੱਧਾ ਕਿਲੋ ਇਸ ਤਰ੍ਹਾਂ ਮੈਂ ਰਗੜ ਗਿਆ ਯਾਰ। ਤੂੰ ਕੁਛ ਨਹੀਂ ਹੁੰਦਾ, ਤੈਨੂੰ ਕੀ ਹੋਣਾ? ਤੈਨੂੰ ਉੱਥੇ ਕੁਛ ਨਹੀਂ ਹੁੰਦਾ ਜਿੱਥੇ ਬੜਾ ਕੁਛ ਹੋ ਜਾਂਦਾ। ਖਜੂਰਾਂ ਨੇ ਰਾਣਾ ਸਾਹਿਬ ਸੌਰੀ ਯਾਰ। ਫਿਰ ਪਤਾ ਕਿ ਉਹਨੂੰ ਅਜਵਾ ਕਹਿੰਦੇ, ਉਹਨੇ ਆਇਆ ਸੀ ਗਿਫਟ ਆਇਆ ਸੀ, ਮਾਨੂੰ ਰਗੜ ਕਰਿਆ। ਉਹ ਬਾਅਦੋਂ ਫਿਰ ਉਹ ਕਹਿੰਦੇ ਇਹ ਤੇ ਅਜਵਾ ਖਜੂਰ ਤੂੰ ਸਾਰੀ ਖਾ ਗਿਆ। ਮੈਂ ਕਿਹਾ ਮੈਨੂੰ ਕੀ ਪਤਾ। ਮੈਂ ਕਿਹਾ ਨਹੀਂ ਅਜਵਾ ਖਜੂਰ ਜਿਹੜੀ ਆ ਕਹਿੰਦੇ ਨੇ ਉੱਥੇ ਵੀ ਮਹਿੰਗੀ ਆ, ਕੀ ਕਹਿੰਦੇ ਨੇ, ਬਹੁਤ ਮਹਿੰਗੀ ਹੈ।
ਉੱਥੇ ਸਾਊਦੀ ਅਰਬ ਵੀ ਮਹਿੰਗੀ ਆ ਸਊਦੀ ਉਹ। ਅਰਬ ਵੀ ਹਾਂ 1 ਕਿਲੋ ਨਬੀ ਪਤਾ ਨਹੀਂ ਕਿੰਨੇ ਦੀ ਲਗਭਗ 118 ਜਾਂ ਕੋਈ ਇਸ ਤਰ੍ਹਾਂ ਹੋਣਾ ਦਰਮ। ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਜ਼ਮਾਨੇ 'ਚ ਇੱਕ ਸਾਹਬੀ ਨੂੰ ਦਿਲ ਦੀ ਤਕਲੀਫ ਹੋਈ ਸੀ ਤੇ ਉਹਨੂੰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਸੇ ਖਜੂਰ ਅਜਵਾ ਦੀ ਖਜੂਰ ਦੀ ਗਿਟਕ ਰਗੜ ਕੇ ਪਾਊਡਰ ਬਣਾ ਕੇ ਨਾ ਤੇ ਉਸ ਖਜੂਰ ਦੇ ਅੰਦਰ ਭਰ ਕੇ ਖਵਾਈ ਸੀ। ਉਸ ਤੋਂ ਬਾਅਦ ਜਿੰਨੀ ਦੇਰ ਤੱਕ ਉਹ ਸਾਹਬੀ ਜ਼ਿੰਦਾ ਰਹੇ ਨਾ ਉਹਨਾਂ ਨੂੰ ਦਿਲ ਦੀ ਤਕਲੀਫ ਨਹੀਂ ਹੋਈ। ਵਾਹ ਯਾਰ ਮੈਂ ਸੋਚਣ ਡਿਆ ਕਿ ਵੀ ਖਾਣਾ ਪਲੱਸ ਚਾਹੀਦਾ 1-2 ਖਜੂਰਾਂ ਬੰਦਾ ਇਸ ਤਰ੍ਹਾਂ ਹੀ ਖਾ ਪਲੱਸ ਲੇ। ਉਹ ਇੱਕ ਗੱਲ ਤੇ ਪੂਰੀ ਹੋ ਲੈਣ ਦੇ ਕਰ ਰਾਹ 'ਚ ਹੀ ਬੋਲ ਪੈਣਾ। ਮਾਜ਼ਰਤ ਮਾਫੀ ਚਾਹੁੰਦਾ। ਪਲੱਸ ਇਹ ਖਜੂਰ ਖਾਣ ਦੇ ਨਾਲ ਤੁਹਾਨੂੰ ਕਿਸੇ ਕਿਸਮ ਦੇ ਜ਼ਹਿਰ ਦਾ ਅਸਰ ਨਹੀਂ ਹੁੰਦਾ। ਇਹਦੇ ਵਾਸਤੇ ਹਦੀਸ ਮੌਜੂਦ ਹੈ, ਹਦੀਸਾਂ ਦੀ ਕਿਤਾਬਾਂ 'ਚੋਂ ਲੱਭ ਲਵੋ, ਤੁਹਾਨੂੰ ਇਹਦੀ ਸੱਚਾਈ ਪਤਾ ਲੱਗ ਜਾਏਗੀ। ਕਿਸੇ ਦੀ ਗੱਲ ਤੇ ਨਾ ਰਵੋ। ਓਕੇ ਇਹ ਤੇ ਉਂਝ ਵੀ ਕਹਿੰਦੇ ਖਾਣੀ ਚਾਹੀਦੀ ਹੈ, ਸੁਨਨਤ ਵੈ। ਹਾਂਜੀ। ਔਰ ਇਸ ਤੋਂ ਇਲਾਵਾ ਇੱਕ ਪਿਆਰਾ ਹੋਰ ਆਕਾ ਨੂੰ ਬੜੀ ਇਨਫੋਰਮੇਸ਼ਨ, ਪਸੰਦ। ਇਸ ਤੋਂ ਇਲਾਵਾ ਖਜੂਰਾਂ ਦੇ ਬਾਰੇ ਤੁਹਾਨੂੰ ਮੈਂ ਇੱਕ ਹੋਰ ਇਨਫੋਰਮੇਸ਼ਨ ਦੇ ਦਿੰਦਾ। ਮੋਸਟਲੀ ਸਾਡੇ ਲੋਕ ਕਾਫੀ ਪੀਣ ਦੇ ਵੀ ਬੜੇ ਸ਼ੌਕੀਨ ਨੇ। ਕੋਈ ਵੀ ਖਜੂਰ ਹੋਵੇ, ਜ਼ਰੂਰੀ ਨਹੀਂ ਅਜਵਾ, ਸਾਰੀਆਂ ਖਜੂਰਾਂ ਦੀ ਗਿਟਕ ਜਿਹੜੀ ਬੜੀ ਫਾਇਦੇਮੰਦ ਹੁੰਦੀ ਹੈ। ਪਲੱਸ ਇਹਨੂੰ ਰਿਚ ਰੋਸਟ ਕਰਕੇ ਨਾ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਕੇ ਤੇ ਇਹਦੀ ਕਾਫੀ ਬਣਾ ਕੇ ਪੀਓ ਤੇ ਇਹਦੇ ਵਰਗੀ ਕਾਫੀ ਵੀ ਕੋਈ ਨਹੀਂ। ਤੇ ਖਜੂਰਾਂ ਜਿੰਨੀਆਂ ਵੀ ਨੇ ਨਾ ਉਹਨਾਂ ਸਾਰੀਆਂ ਦੀਆਂ ਗਿਟਕਾਂ ਫਾਇਦੇਮੰਦ ਨੇ, ਨੁਕਸਾਨ ਦੇ ਨਹੀਂ ਹੈ। ਔਰ ਅਜਵਾ ਜਿਹੜੀ ਹੈ ਉਹ ਇਸ ਵਾਸਤੇ ਜ਼ਿਆਦਾ ਫਾਇਦੇਮੰਦ ਹੈ ਕਿ ਉਹ ਸੁਨਨਤ ਬਣ ਗਈ ਹੈ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ। ਅੱਛਾ ਤੇ ਕੋਈ ਖਜੂਰ ਹੈ ਐਸੀ ਜਿਹੜੀ ਗਿਟਕ ਤੋਂ ਬਗੈਰ ਵੀ ਹੈ? ਹਾਂਜੀ, ਬਗੈਰ ਗਿਟਕ ਤੋਂ ਵੀ ਖਜੂਰ ਹੈ। ਉਹ ਵੀ ਬੜਾ ਮਸ਼ਹੂਰ ਵਾਕਿਆ ਹੈ, ਇੱਕ ਯਹੂਦੀ ਦਾ ਵਾਕਿਆ ਉਹਦੇ ਚੱਕਰ ਵਿੱਚ। ਉਹ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਜਦੋਂ ਖਜੂਰਾਂ ਲਾਈਆਂ ਸੀ। ਹਾਂਜੀ, ਉਹ ਉਸੇ ਰਿਲੇਟਡ ਉਹ ਇੱਕ ਯਹੂਦੀ ਦੇ ਨਾਲ ਕੋਈ ਫੱਡਾ ਸੀ ਉਹਨਾਂ ਦਾ ਤੇ ਉਹ ਮੈਚ ਪੈ ਗਿਆ ਸੀ ਤੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਖਜੂਰ ਬੀਜ ਦਿੱਤੀ ਉੱਥੇ ਤੇ ਉਹ ਯਹੂਦੀ ਜਿਹੜਾ ਉੱਥੋਂ ਗਿਟਕ ਕੱਢ ਕੇ ਲੈ ਗਿਆ ਸੀ ਕਿ ਮੈਂ ਵੇਖਣਾ ਕਿੰਝ ਉਗਦੀ ਇੱਥੇ ਖਜੂਰ। ਤੇ ਅੱਲਾ ਜਿਹੜਾ ਉਹ ਆਪਣੇ ਨਬੀਆਂ ਪੈਗੰਬਰਾਂ ਨੂੰ ਦੀ ਕੰਨ ਤੇ ਨਹੀਂ ਲੱਗਣ ਦਿੰਦਾ ਨਾ, ਤੇ ਉੱਥੇ ਫਿਰ ਅੱਲਾ ਨੇ ਖਜੂਰ ਉਗਾ ਦਿੱਤੀ ਜਿਹੜੀ ਬਗੈਰ ਗਿਟਕ ਤੋਂ ਹੈ। ਇਹ ਪੜ੍ਹਨ ਦੇ ਨਾਲ ਸਾਰੇ ਇਲਮ ਦਾ ਪਤਾ ਚੱਲਦਾ ਹੈ ਨਾ। ਅਸੀਂ ਸੁਣੀਆਂ ਸੁਣਾਈਆਂ ਗੱਲਾਂ ਤੇ ਰਹਿ ਜਾਂਦੇ ਹਾਂ। ਕੋਸ਼ਿਸ਼ ਕਰਨੀ ਚਾਹੀਦੀ ਕਿ ਤਹਿਕੀਕ ਕਰਕੇ ਉਹਦੀ ਅਸਲੀਅਤ ਨੂੰ ਆਪੇ ਵੀ ਖੋਜ ਲਈਏ ਕਿ ਵਾਕਈ ਇਹ ਗੱਲ ਸੱਚੀ ਹੈ ਵੀ ਹੈ ਜਾਂ ਨਹੀਂ। ਉਹਦੇ ਨਾਲ ਫਿਰ ਇਹ ਫਾਇਦਾ ਹੁੰਦਾ ਹੈ ਕਿ ਤੁਹਾਡਾ ਈਮਾਨ ਜਿਹੜਾ ਨਾ ਮਜ਼ੀਦ ਮਜ਼ਬੂਤ ਹੋ ਜਾਂਦਾ ਹੈ ਉਹਨਾਂ ਗੱਲਾਂ ਦੇ ਉੱਤੇ। ਇਹ ਐਂਟੀ ਡਿਪਰੈਸ਼ਨ ਭਾਈ ਇਹ ਵਾਕਿਆਤ ਪੜ੍ਹੇ ਆ ਔਰ ਇੱਕ ਵਾਰੀ ਨਹੀਂ ਕਿੰਨੀ ਦਫਾ ਬਲਕਿ ਕਿੱਥੇ ਪੜ੍ਹੇ ਨੇ? ਇਸਲਾਮੀਆਤ ਹੈਂ? ਇਸਲਾਮੀਆ ਚ ਇਸਲਾਮੀਆਤ ਦੇ ਵਿੱਚ ਨਹੀਂ, ਜਿੱਥੋਂ ਇਹਨਾਂ ਦੀ ਸੱਚਾਈ ਦਾ ਪਤਾ ਲੱਗਦਾ ਨਾ, ਜਿਹੜੀ ਅਹਾਦੀਸ ਦੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਦਾ ਜ਼ਿਕਰ ਹੈ ਉੱਥੋਂ ਜਾ ਕੇ ਪੜ੍ਹੋ। ਔਰ ਉੱਥੇ ਤੁਹਾਨੂੰ ਫਿਰ ਇਹਨਾਂ ਦੇ ਜ਼ਈਫ ਹੋਣ ਦਾ ਜਾਂ ਇਹਨਾਂ ਦੇ ਸਹੀ ਹੋਣ ਦਾ ਵੀ ਪਤਾ ਚੱਲ ਜਾਂਦਾ ਹੈ। ਉਹ ਜਿਹੜੇ ਤਰੀਕਾਕਾਰ ਦਿੱਤੇ ਗਏ ਨੇ ਕਿਸੇ ਵੀ ਹਦੀਸ ਨੂੰ ਪਰਖਣ ਦੇ, ਉਹਦੇ ਮੁਤਾਬਕ ਇਹਨਾਂ ਅਹਾਦੀਸ ਦਾ ਮੁਆਇਨਾ ਕਰੋ ਨਾ ਤੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਸੱਚੀ ਹੈ ਜਾਂ ਝੂਠੀ ਹੈ। ਤੇ ਉਹਦੇ ਨਾਲ ਫਿਰ ਇਹ ਹੁੰਦਾ ਫਾਇਦਾ ਕਿ ਤੁਹਾਡਾ ਈਮਾਨ ਜਿਹੜਾ ਮਜ਼ੀਦ ਮਜ਼ਬੂਤ ਹੋ ਜਾਂਦਾ ਹੈ। ਸੁਭਾਨ ਅੱਲਾਹ ਵਰਾਲੇ ਅਸਲ ਬੜੇ ਚੀਜ਼ ਬੜੇ ਤੇ ਵਾਕਿਆਤ ਨੇ ਯਾਰ। ਅਸਲ ਚੀਜ਼ ਤੇ ਈਮਾਨ ਦੀ ਮਜ਼ਬੂਤੀ ਚਾਹੀਦੀ ਹੈ ਨਾ ਸਾਨੂੰ। ਚਾਹੀਦੀ ਤੇ ਅਗਰ ਈਮਾਨ ਸਾਡੇ ਮਜ਼ਬੂਤ ਹੋ ਜਾਣ ਤੇ ਹੋਰ ਕੀ ਚਾਹੀਦਾ ਸਾਨੂੰ। ਅੱਲਾ ਦੀ ਜ਼ਾਤ ਦੇ ਉੱਤੇ ਯਕੀਨ ਕਾਮਿਲ ਹੋ ਜਾਏ ਸਾਡਾ ਜੀ ਤੇ ਹੋਰ ਕੀ ਚਾਹੀਦਾ। ਬਾਕੀ ਸਾਰੀ ਦਿਹਾੜੀ ਅਸੀਂ ਬਰਾਡਾ ਤੇ ਬਹਿ ਕੇ ਜਾਂ ਇਕੱਠਿਆਂ ਬਹਿ ਕੇ ਆਪਣੇ ਸਾਹਮਣੇ ਬੋਂਗੀਆਂ ਹੀ ਮਾਰਦੇ ਆ, ਜਿਹਦਾ ਕੋਈ ਫਾਇਦਾ ਨਹੀਂ ਹੁੰਦਾ, ਨੁਕਸਾਨ ਹੀ ਹੁੰਦਾ। ਬੋਂਗੀਆਂ ਵੀ ਮਾਰੋ ਇਖਲਾਕੀਆਤ ਦੇ ਵਿੱਚ ਰਹਿ ਕੇ। ਸਹੀ ਗੱਲ। ਤੇ ਇਲਮ ਵੀ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾ ਮਹਿਮੂਦ ਭੈਣ ਆਉਂਦੇ ਨੇ, ਬੜੀ ਖਾਮੋਸ਼ੀ ਦੇ ਨਾਲ ਬੈਠ ਕੇ ਗੱਲਾਂ ਸੁਣਦੇ ਨੇ। ਮੌਲਾਨਾ ਸਾਹਿਬ ਤਾਰਕ ਜਮੀਲ ਜਿਹੜੀ ਸਾਹਿਬ ਬਹਿੰਦੇ ਨੇ ਜਨਾਬ ਜੀ। ਅਸੀਂ ਤੇ ਅੱਛੀ ਭਾਈ ਗੱਲ ਉਹਨਾਂ ਗੱਪ ਨੂੰ ਸ਼ੱਪ ਲੱਗਦੀ ਉਹ ਲਾਉਣਾ। ਮੈਂ ਰੱਖ ਭਾਵੇਂ ਲੈਂਦੇ ਨੇ ਆਪਣੀ ਕੋਲ। ਤੁਹਾਡੀਆਂ ਗੱਲਾਂ ਸੁਣ ਕੇ ਆਪਣੇ ਇਲਮ ਚ ਆਪਣਾ ਇਜ਼ਾਫਾ ਕਰਨਾ। ਮੈਂ ਇਹ ਦੱਸ ਰਿਹਾ ਕਿ ਮਹਿਮੂਦ ਭਾਈ ਹਾਂਜੀ, ਜਿਹੜੀ ਅੱਛੀ ਗੱਲ ਹੁੰਦੀ ਉਹਨੂੰ ਰੱਖ ਲੈਂਦੇ ਨੇ, ਜਿਹੜੀਆਂ ਫਜ਼ੂਲ ਹੁੰਦੀਆਂ ਨੇ ਉਹਨਾਂ ਨੂੰ ਛੱਡ ਦਿੰਦੇ ਨੇ। ਮੈਂ ਤੇ ਰਾਂਝਾ ਰਾਜ਼ੀ ਕਰਨਾ ਨਾ ਬਸ ਗੱਪ ਸ਼ੱਪ ਲਾਣਾ ਤੇ ਇਹ ਅੱਜ ਕੀ ਉਹ ਇਸ ਤੋਂ ਬਾਅਦ ਇੰਨਾ ਰਾਂਝਾ ਰਾਜ਼ੀ ਕਰਦੇ ਆ ਕਿ ਮੇਰਾ ਰਗੜਾ ਕੱਢ ਜਾਂਦੇ ਆ। ਉਹ ਤੂੰ ਕੱਲਾ ਨਹੀਂ ਹੈ, ਕਈ ਅੱਟੀ ਚੜ ਜਾਂਦੇ ਨੇ ਵਿਚਾਰੇ।
ਛੱਡ ਵੇਖ ਲਓ, ਭੱਜ ਕੇ ਵੇਖ ਲਓ, ਆਪਣੇ ਵਾਲੀ ਗੱਲ ਲੈ ਕੇ ਜਾਂਦਾ ਹੁਣ ਪ੍ਰਧਾਨਪੁਰ ਭਾਈ, ਮੈਂ ਕੀ ਕਰਾਂ, ਮੈਂ ਕਹਿੰਦਾ ਮੇਰੇ ਕੀ ਭਰਾ ਕਰਾਂ। ਖੁਸ਼ ਹੋਣ, ਮਹਿਫਲ ਖੁਸ਼ਗਵਾਰ ਹੋਏ, ਅੱਛਾ, ਮਜ਼ਾ ਆਵੇ ਤੇ ਬਾਰ-ਬਾਰ ਆਉਣ। ਕੋਈ ਗੱਲ ਨੀ। ਇਸ ਤਰ੍ਹਾਂ ਹੀ ਹੱਸਦੇ ਵਸਦੇ ਰਹੋ ਯਾਰ, ਸਾਡਾ ਦਿਲ ਇਹ ਕਰਦਾ। ਬਸ ਠੀਕ ਆ, ਫਿਰ ਹੱਸਦੇ ਰਹਿੰਦਿਆ ਕਰੋ, ਠੀਕ ਆ। ਅੱਜ ਰਫੀਕ ਭਾਈ ਚੁੱਪ ਨੇ। ਹਾਂਜੀ ਇਹਨਾਂ ਦੀ ਦਿਹਾੜੀ ਨਹੀਂ ਲੱਗੀ ਅੱਜ। ਉਹ ਛੁੱਟੀ ਸੀ ਮੇਰੀ ਅੱਜ। ਅੱਛਾ, ਘਰ ਜੇ ਅੱਜ। ਅੱਛਾ। ਹਾਂ। ਅੱਛਾ ਅੱਛਾ, ਅੱਜ ਵੀ ਛੁੱਟੀ, ਕੱਲ ਵੀ ਛੁੱਟੀ। ਵੀਕਐਂਡ, ਵਾਹ ਬਈ ਵਾਹ। ਵਾਹ ਵੀ ਵਾਹ, ਵਾਹ ਵੀ ਵਾਹ, ਮੋਜਾਂ ਲੁੱਟੀ ਭਾਈ ਜੀ। ਅੱਛਾ, ਵੀਕਐਂਡ ਤੇ ਇਮਾ ਛੁੱਟੀ ਹੁੰਦੀ ਹੈ ਕਿ ਸਿਰਫ ਐਰਕੀ ਹੋਈ ਜੇ? ਨਹੀਂ ਵੀਕਐਂਡ ਤੇ ਛੁੱਟੀ ਹੁੰਦੀ। ਕਿਸਮਤ ਵਾਲੇ ਹੋ। ਫਿਰ ਸਹੀ ਹੈ। ਆ ਮੁਸ਼ਤਬਾ ਥੋੜੀ ਦੇਰ ਬਾਅਦ ਫੇਰ ਸ਼ੁਰੂ ਹੋ ਜਾਂਦਾ ਹੈ। ਇਹਨੂੰ ਕੋਈ ਇਲਾਜ ਹੀ ਦੱਸ ਛੱਡੋ। ਤੈਨੂੰ ਕਿਉਂ ਰਗੜਦੇ ਹੋ ਯਾਰ? ਬਰਨਾਲ ਫਿਰ ਤੂੰ ਆਪ ਹੀ ਕਿਉਂ ਇਸ ਪਾਸੇ ਜਾਣਾ ਹੈ? ਉਹ ਪਾਕਿਸਤਾਨ ਨੂੰ ਬਰਨਾਲ ਮੰਗਾਵੇ, ਸੜੇ ਜਲੇ ਦਾ ਗਰਮ। ਅੱਛਾ ਵੀ ਸਾਰਿਆਂ ਦੀ ਵੈਸੇ ਗੱਲ ਹੈ ਤੇ ਮੁਸ਼ਤਬਾ ਤੇ ਆਣ ਕੇ ਮੁੱਕਦੀ ਹੈ। ਅਸਲ ਮੁਸ਼ਤਬਾ ਸਿੰਧਾ ਬਹੁਤ ਖੁਸ਼ ਆ ਨਾ। ਨਹੀਂ ਆਪੇ ਹੀ ਸ਼ੁਰੂ ਹੋ ਜਾਂਦਾ ਥੋੜੀ ਦੇਰ ਬਾਅਦ। ਹੈ ਜਿਹੜੀ ਕਾਰਡ ਇਹ ਕੱਢ ਕੇ ਆਇਆ ਨਾ, ਹੋਰ ਕੋ ਕੱਢ ਨਹੀਂ ਸਕਦਾ ਨਾ। ਨਹੀਂ ਹੁਣ ਅਜਵਾ ਖਜੂਰ ਤੋਂ ਗੱਲ ਤੁਰੀ ਸੀ, ਮੈਂ ਉਦੋਂ ਨੋਟ ਕਰਨ ਡਿਆ ਨਾ, ਤੁਸੀਂ ਕਹਿੰਦੇ ਚੁੱਪ ਕਰਕੇ ਹਬੀਬੁੱਲਾ ਮੈਂ ਉਹਦੀ ਕੱਢਣਾ ਨੋਟ ਕਰਨ ਚਾਹੁੰਦਾ ਡਿਆ। ਸੀ, ਲੇਕਿਨ ਇਹ ਆ ਕਿ ਹਿੰਮਤ ਨਹੀਂ ਹੋਈ। ਅਜਵਾ ਤੋਂ ਸ਼ੁਰੂ ਹੋਈ, ਆਣ ਕੇ ਮੁਸ਼ਤਬਾ ਤੇ ਆਣ ਕੇ ਮੁੱਕਣ ਡਈ ਹੈ। ਮੁਸ਼ਤਬਾ ਨੂੰ ਜ਼ਿਆਦਾ ਜ਼ਰੂਰਤ ਹੈ ਨਾ ਅਜਵਾ ਦੀ, ਇਸ ਵਕਤ ਉੱਥੇ ਆ ਕੇ ਮੁੱਕ ਜਾਂਦੀ ਹੈ। ਮੁਸ਼ਤਬਾ ਨੂੰ ਸਲਾਹਜੀਤ ਦੀ ਵੀ ਲੋੜ ਹੈ। ਜਿੱਥੇ ਅਸੀਂ ਅੱਜ ਸਟਾਲ ਲਾਈਦਾ ਨਾ, ਹਾਲੈਂਡ ਤੇ ਬਾਰਡਰ ਤੇ ਲਾਈਦਾ, ਉਹ ਸਰਦੀਆਂ 'ਚ ਇੱਕ ਗੋਰਾ ਹੁੰਦਾ, ਸਲਾਹਜੀਤ ਵੇਚਦਾ ਮੁਸ਼ਤਬਾ ਸਾਹਿਬ। ਉਹ ਅਗਲੀ ਵਾਰੀ ਇਹਨੂੰ ਬੁਲਾ ਲੈਣਾ ਉੱਥੇ। ਓਏ ਤੇ ਉਹ ਉਹ ਸਲਾਹ ਇਹਨੂੰ ਨਹੀਂ ਲੈ ਕੇ ਵੇਚਦਾ, ਉਹ ਖਜੂਰਾਂ ਦਾ ਘੇਪਾ ਕਰਕੇ ਉਹਦੇ ਚ ਸਵਾਹ ਪਾਈ ਹੁੰਦੀ ਹੈ ਕਾਲੀ ਕਰਕੇ, ਉਹ ਵੇਚਦਾ ਜੇ। ਇੰਨੀ ਕਾਮ ਕਰ ਦਿੱਤੀ ਹੈ ਤੈਰ ਭਾਈ ਲੋਕਾਂ ਨੇ, ਜਿਵੇਂ ਬੜੀ ਪਤਾ ਨਹੀਂ ਇੰਨੀ ਦੁਨੀਆ ਤੇ ਹੈ ਨਹੀਂ ਜਿੰਨੀ ਇਹਨਾਂ ਨੇ ਯੂਰਪ ਚ ਲੈ ਆਂਦੀ ਹੈ। ਨਹੀਂ ਪਤਾ ਉਹਨਾਂ ਨੇ ਨਹੀਂ ਉਹ ਪੂਰਾ ਤੇ ਸਮਝ ਨਹੀਂ ਆਉਂਦੀ, ਉਹ ਕਾਦੀ ਬਣਾ ਕੇ ਖਵਾਈ ਜਾਂਦੇ ਨੇ। ਇਸ਼ਤਿਹਾਰ ਪਤਾ ਬਣਾਏ ਨਹੀਂ ਨੇ ਬਕਾਇਦਾ, ਉਹਦੇ ਤੇ ਲਿਖਿਆ। ਉਹ ਪਤਾ ਨਹੀਂ, ਮੈਂ ਕਿਹਾ ਕਾਦੀ ਬਣਾ ਕੇ ਖਵਾਈ ਜਾਂਦੇ ਨੇ ਸਲਾਹਜੀਤ। ਅਸਲ ਹੁਣ ਸਲਾਹਜੀਤ ਜਿਹੜਾ ਤੇ ਨਾ ਅੱਧਾ ਘੰਟਾ ਰਹਿ ਗਿਆ ਤੁਹਾਡੇ ਕੋਲ, ਤੇ ਫਿਰ ਤੱਜਣ ਦਾ ਟਾਈਮ ਸ਼ੁਰੂ ਹੋ ਜਾਣਾ, ਤੇ ਅੱਲਾਹ ਤਾਲਾ ਦੇ ਬਾਰੇ ਸੋਚਣਾ ਸ਼ੁਰੂ ਕਰੋ, ਤੇ ਫਜ਼ੂਲੀਆਤ ਤੋਂ ਪਰਹੇਜ਼ ਕਰੋ, ਤੇ ਅੱਛੀਆਂ ਗੱਲਾਂ ਕਰੋ। ਹਰ ਵੇਲੇ ਬੋਂਗੀਆਂ ਪੂਰਾ ਸਾਲ ਹੁੰਦਾ ਬੋਂਗੀਆਂ ਮਾਰਨਾ। ਮਹਿਮੂਦ ਭਾਈ ਛੁੱਟੀ ਵੀਕਐਂਡ ਤੁਹਾਡੀ ਵੀ? ਮੇਰੀ ਸਿਰਫ ਇਤਵਾਰ ਦੀ ਛੁੱਟੀ ਹੁੰਦੀ। ਅੱਛਾ, ਐਤਵਾਰ ਦੀ ਛੁੱਟੀ ਹੈ, ਸਹੀ ਹੈ, ਠੀਕ। ਹਾਂਜੀ, ਮੈਂ ਕਿਹਾ ਕਿਤੇ ਮਹਿਮੂਦ ਭਾਈ ਕਹਿੰਦੇ ਮੇਰੀ ਨਸਵਾਰ ਦੀ ਛੁੱਟੀ ਹੁੰਦੀ। ਨਹੀਂ ਇਤਵਾਰ ਦੀ ਹੁੰਦੀ। ਵੇ ਲੋ ਬੜਾ ਹੀ ਮੁਸ਼ਤਬਾ ਮੇਰੇ ਤੇ ਚਾਅ ਹੱਥ ਹੌਲਾ ਰੱਖ ਮੇਰਾ ਵੀਰ, ਮੇਰਾ ਫਿਰ ਜਦੋਂ ਆਉਂਦਾ ਨਾ ਬਹੁਤ ਭਾਰਾ ਹੀ। ਇਹ ਹਕੀਕਤ ਯਕੀਨ ਕਰ। ਅੱਛਾ ਜਾਣ ਬੁੱਝ ਕੇ ਆਪਣੇ ਨਾਲ ਗੱਲ ਲੈ ਕੇ ਜਾਂਦਾ ਹੈ। ਉਹ ਜਿਹੜੇ ਰੀਅਲੀ ਮੈਨੂੰ ਜਾਣਦੇ ਨੇ ਨਾ, ਜਿਨ੍ਹਾਂ ਵੇਖਿਆ ਉਹਨਾਂ ਨੂੰ ਪੁੱਛ ਲਾ, ਤਾਰਫ ਲੱਲਾ, ਹੱਥ ਵਾਕਈ ਭਾਰਾ ਹੀ। ਕੋਈ ਨਹੀਂ ਉਹ ਮਹਿਮੂਦ ਭਾਈ ਪਿਆਰ, ਅਸੀਂ ਤਾਂ ਪਿਆਰ ਦੀਆਂ ਗੱਲਾਂ ਕਰਨ ਦੇ। ਉਹਨੇ ਬੋਲਦੇ ਆ ਇਸ ਤਰ੍ਹਾਂ ਲੱਗਾ ਯਾਰ, ਮੈਂ ਕਿਹਾ ਖਾ ਕੇ ਰਿਹਾ ਨਾਲ ਤੋਂ ਅਜਵਾ ਖਾਣੀ ਸ਼ੁਰੂ ਕਰਤੀ। ਫਿਰ ਤੁਸੀਂ ਅਜਵਾ ਦਾ ਨਾਂ ਲਿਆ ਤੇ ਫਿਰ ਅਜਵਾ ਹੀ ਖਾਣੀ ਹੈ ਯਾਰ। ਪਹਿਲਾਂ ਅਸਲ ਚਣੇ ਖਾਂਦਾ ਹੁੰਦਾ ਸੀ, ਹੁਣ ਕੋਈ ਖੁਰਾਕ ਬਦਲੀ ਜਾਂਦਾ।
ਅਸਲ ਗੱਲ ਜਿਹੜੀ ਹੈ ਨਾ ਉਹ ਇਹ ਹੈ ਕਿ ਦੁਨੀਆ ਦੇ ਹਾਲਾਤ ਬੜੀ ਤੇਜ਼ੀ ਦੇ ਨਾਲ ਚੇਂਜ ਹੋ ਰਹੇ ਨੇ ਤੇ ਦੂਸਰੇ ਅੱਲਾਹ ਨੂੰ ਤਾਲਾ ਦੁਆਵਾਂ ਯਾਦ ਰੱਖਿਆ ਕਰੋ, ਅੱਲਾਹ ਤੌਬਾ ਕਰਿਆ ਕਰੋ ਜ਼ਿਆਦਾ ਇਸ ਮਹੀਨੇ 'ਚ। ਪਹਿਲਾ ਅਸ਼ਰਾ ਮੁੱਕ ਗਿਆ, 2 ਅਸ਼ਰੇ ਰਹਿ ਗਏ ਨੇ ਤੇ ਇਹਨਾਂ 'ਚ ਕੋਸ਼ਿਸ਼ ਕਰੋ ਕਿ ਕੋਈ ਬਿਹਤਰੀ ਦਾ ਸਮਾਨ ਹੋ ਜਾਏ, ਕੋਈ ਹਾਲਾਤ ਬਦਲ ਜਾਣ ਸਾਡੇ ਵੀ ਤੇ ਦੁਨੀਆ ਦੇ ਵੀ, ਕੋਈ ਅਮਨ ਅਮਾਨ ਦੀ ਸੂਰਤ-ਹਾਲ ਬਣ ਜਾਏ। ਗੱਲ ਇਹ ਹੈ ਕਿ ਜੇ ਬੇਕਰਾਰੀ ਦੇ ਨਾਲ ਦਵਾਵਾਂ ਕਰਾਂਗੇ ਤੇ ਫੇਰ ਹੀ ਕੰਮ ਸਰਨਾ ਉਹ ਪਾ। ਬੇਕਰਾਰੀ ਪੈਦਾ ਕਰੋ ਨਾ ਅੰਦਰ। ਇਹ ਤੇ ਮੈਂ ਕਹਿ ਰਿਹਾ ਕਿ ਕਮ ਸੇ ਕਮ ਸਾਲ ਦੇ ਵਿੱਚ ਇੱਕ ਮਹੀਨਾ ਜਿਹੜਾ ਰਮਜ਼ਾਨ ਹੁੰਦਾ ਇਹਦੇ ਕੀ ਬੇਕਰਾਰੀ ਪੈਦਾ ਕਰ ਲਓ ਆਪਣੇ ਅੰਦਰ ਤੇ ਅਗਰ ਮੁਸਲਿਮ ਮੌਦ ਇਸਲਾਮ ਦੀ ख्वाहिश ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰੋ कि रात के तीरों के साथ हम मुकाबला करेंगे। और रात के तीर ਜਿਹੜੇ ਨੇ ਤਹਜਦੀ ਨਮਾਜ਼ ਹੈ ਤੇ ਜਿਹੜੇ ਲੋਕ ਜਿਹੜੇ ਦੋਸਤ ਅਹਿਬਾਬ ਤਰਾਵੀਆਂ ਮਸਜਿਦ ਨਹੀਂ ਪੜ੍ਹ ਕੇ ਆਉਂਦੇ ਉਹ ਸਵੇਰੇ ਘਰ ਪੜ੍ਹਦੇ ਨੇ ਉੱਠ ਕੇ। ਉਹ ਇਸੇ ਵਾਸਤੇ ਪੜ੍ਹਦੇ ਨੇ ਕਿ ਉਹ ਅੱਲਾਹ ਮੀਆਂ ਦੇ ਨਾਲ ਆਪਣੀ ਗੁਫ਼ਤਗੂ ਜਿਹੜੀ ਹੈ ਰਾਜ਼ਦਾਰੀ ਦੇ ਵਿੱਚ ਅਲੱਹਦਗੀ ਦੇ ਵਿੱਚ ਕਰ ਲੈਣ ਅੱਛੇ ਤਰੀਕੇ ਦੇ ਨਾਲ। ਅਨੀਵਾਰ ਟਾਈਮ ਲਾਓ, ਕੋਸ਼ਿਸ਼ ਕਰੋ ਆਪਸ ਵਿੱਚ ਭਾਈਚਾਰਾ ਵਧੇ ਸਾਡਾ ਜਮਾਤ ਦੇ ਲੋਕਾਂ ਦਾ। ਸ਼ੁਗਰ ਮਿਲ ਤੇ ਚੱਲਦੇ ਹੀ ਰਹਿਣੇ ਨੇ ਨਾਲ ਨਾਲ, ਸ਼ੁਗਰ ਮਿਲ ਵੀ ਜ਼ਰੂਰੀ ਹੈ ਲੇਕਿਨ ਇੱਕ ਮਹੀਨਾ ਕਮ ਅਜ਼ ਕਮ ਸੀਰੀਅਸ ਹੋ ਜਾਏ ਇਨਸਾਨ। ਕੀ ਖਿਆਲ ਹੈ ਮਹਿਮੂਦ ਭਾਈ? ਬਿਲਕੁਲ ਸਹੀ ਹੈ। ਜਿਹੜੀ ਤੇਜ਼ੀ ਦੇ ਨਾਲ ਹਾਲਾਤ ਬਦਲ ਰਹੇ ਨੇ, ਪਤਾ ਨਹੀਂ ਕਿੰਨੇ ਬਚਣਾ ਹੈ ਅਗਲੇ ਰਮਜ਼ਾਨ ਤੱਕ, ਕਿੰਨੇ ਨਹੀਂ ਬਚਣਾ। ਸਹੀ ਗੱਲ ਆ। ਪਿਛਲੇ ਰਮਜ਼ਾਨ ਵਿੱਚ ਦੁਨੀਆ ਦੇ ਨਾਲ ਹੀ ਹੋਣਾ ਤੁਸੀਂ ਕਿ ਤੁਸੀਂ ਵੱਖਰਿਆਂ ਰਹਿਣਾ ਹੈ। ਇਹ ਤੀਸਰੀ ਜੰਗ ਜਿਹੜੀ ਹੈ ਨਾ ਨੇੜੇ ਆ ਗਈ ਹੈ। ਉਹ ਨਹੀਂ, ਮੈਂ ਜੰਗ ਤੋਂ ਇਲਾਵਾ ਗੱਲ ਕਰ ਰਿਹਾ। ਪਿਛਲੇ ਰਮਜ਼ਾਨ ਉਹ ਦੇ ਜਿਹੜੇ ਦੋ ਸਾਡੇ ਨਾਲ ਸਨ, ਨਹੀਂ ਜੰਗ ਇਸ ਹੀ ਹੈ ਵਾਰੀ ਹੁਣ। ਕਿੰਨੇ ਬੜੀ ਨਹੀਂ ਹੈ। ਜੇ ਅਰਬਾਂ 'ਚ ਹੱਥ ਲੱਗ ਜਾਏਗਾ ਤੇ ਤੁਹਾਡਾ ਖਿਆਲ ਯੂਰਪ ਰਹਿ ਜਾਏਗਾ ਸਕੂਨ 'ਚ? ਨਹੀਂ, ਜੰਗ ਤੇ ਹੋਣੀ ਹੋਣੀ ਹੈ, ਪੇਸ਼ਗੋਈਆਂ ਨੇ ਬਜ਼ੁਰਗਾਂ ਦੀਆਂ ਤੇ ਉਹ ਪੂਰੀਆਂ ਤੇ ਹੋਣੀਆਂ ਨੇ ਨਾ। ਉਸ ਤੋਂ ਬਗੈਰ ਇਸਲਾਮ ਦੀ ਤਰੱਕੀ ਵੀ ਤੇ ਨਹੀਂ ਨਾ ਹੋਣੀ। ਇਸਲਾਮ ਦੀ ਤਰੱਕੀ ਦਾ ਰਾਜ ਹੀ ਤੇ ਇੱਥੇ ਜੰਗ ਰੱਖੀ ਹੈ। ਮੁਜਤਬਾ ਹਾਂਜੀ ਉਹ ਹਾਂਜੀ, ਵੇਖ ਲਾ ਕੁਛ ਜਲਦੀ ਉਹ ਨਾ ਹੋਵੇ, ਦੇਰੀ ਹੋ ਜੇ। ਦੇਰ ਨਹੀਂ ਹੁੰਦੀ, ਟੈਨਸ਼ਨ ਨਾ ਲਾਓ ਜਨਾਬ। ਦੇਰ ਨਾ ਹੋ ਜਾਏ, ਕहीं देर ना हो जाए। ਇਹ ਜਿੰਨੀ ਤਬਾਹੀ ਆਏਗੀ ਮੇਰਾ ਫਾਇਦਾ। ਜ਼ਿਆਦਾ ਲੱਭਣਗੀਆਂ। ਹਾਏ ਹਾਏ, ਮੈਨੂੰ ਪਤਾ ਹੀ ਇਹੀ ਗੱਲ ਵੱਜਣੀ ਹੈ। और फिर पटाखे ही निकलने ने दे। इन्हों पटाखे सुनने का भी बड़ा शौक है। राती इन्हें पटाखे मारने का भी बड़ी लैके ਯਾਰ ਤੋਬਾ ਤੋਬਾ। ਤੇ ਮੈਨੂੰ ਦਿਓ ਇਜਾਜ਼ਤ ਦੋਸਤੋ, ਤੇ ਤੁਸੀਂ ਵੀ ਸੌਂ ਜਾਓ ਅੱਧਾ ਘੰਟਾ ਤੇ ਫਿਰ ਉੱਠ ਕੇ ਵਰਜ਼ਿਸ਼ ਸ਼ੁਰੂ ਕਰੋ ਤੇ ਅੱਲਾ ਅੱਗੇ ਸਜਦੇ 'ਚ ਪੈ ਜਾਓ। ਮੈਂ ਵੀ ਜਦੋਂ ਘੰਟੇ ਹੱਥ ਲਾ ਲਵਾਂ ਫਿਰ ਮੈਂ ਵੀ ਉੱਠ ਕੇ ਨਮਾਜ਼ ਪੜ੍ਹਨੀ ਤੇ ਜਲਦੀ। ਅਲੈਕਸਾ ਤੇ 4 ਵਜੇ का अलार्म लगा दो। रानी मुस्तफा से खास तौर पे मैं दुआ करनी कि राती पटाखे ना मारे। ਜੀ ਠੀਕ ਹੈ, ਦੁਆਵਾਂ 'ਚ ਯਾਦ ਰੱਖਣਾ ਮੇਰੇ ਦੋਸਤੋ ਭਰਾਓ। ਅੱਲਾਹ ਤਾਲਾ ਸਾਰੇ ਫਜ਼ਲ ਜਣੇ ਕਰੇ, ਖੁਸ਼ ਰਹੋ। ਦੇ ਮਹਿਮੂਦ ਭਾਈ ਕੋਈ ਗੱਲ ਜੀ, ਜੀ। ਬੁਰੀ ਲੱਗੀ ਤੇ ਯਾਰ ਉਹ ਨਾ ਮਾਰ ਮੇਰਾ ਯਾਰ। ਭਰਾ ਹੈ ਯਾਰ, ਕਿ ਕਿਸ ਤਰ੍ਹਾਂ ਦੀ ਯਾਰ ਗੱਲ ਕਰਨ ਡਿਆ? ਛੋਟਾ ਭਰਾ ਹੈ ਯਾਰ, ਦੱਸ। ਨਹੀਂ ਯਾਰ, ਸ਼ੁਗਰ ਜੀ ਦੱਸਿਆ ਉਹਨਾਂ ਨੇ ਕਿ ਹੱਥ ਮੇਰਾ ਬੜਾ ਭਾਰਾ ਹੀ, ਧਿਆਨ ਨਾਲ। ਦਾ ਨਾ ਛੋਟਾ ਭਰਾ ਹੈ ਮੇਰਾ। ਉਸ ਮੋਹਨ ਚਲਾ ਗਿਆ ਪਾਕਿਸਤਾਨ। ਹਾਂਜੀ ਉਹ ਸਾਵਲ ਮੁੰਡਾ ਬੈਲਜੀਅਮ ਵਾਲਾ ਹਾਂਜੀ ਹਾਂਜੀ ਕੱਲ ਜਾਣਾ ਸੀ ਉਹਨੇ। ਪਤਾ ਨਹੀਂ ਉਹ ਕਾਫੀ ਦਿਨਾਂ ਤੋਂ ਮੁਲਾਕਾਤ ਨਹੀਂ ਹੋਈ ਇਹਦੇ ਨਾਲ, ਨਹੀਂ ਆਣ ਪਹੁੰਚ ਗਏ। ਤੇ ਯਾਦਿਆਂ ਦੇ ਤੌਰ ਤੇ ਦੁਬਾਰਾ ਮੈਂ ਦੱਸ ਦੇਣਾ ਕਿ ਭਾਈ ਜਾਨ ਦੁਆਵਾਂ 'ਚ ਖਲੀਫਾ ਵਕਤ ਨੂੰ, ਅਸੀਰਾਨੇ ਰਾਏ ਮੌਲਾ ਨੂੰ ਤੇ ਆਪਸ ਵਿੱਚ ਇੱਕ ਦੂਸਰੇ ਨੂੰ ਖਾਸ ਤੌਰ ਤੇ ਯਾਦ ਰੱਖਿਆ ਕਰੋ। ਇਨਸ਼ਾਅੱਲਾ ਇਨਸ਼ਾਅੱਲਾ। ਅੱਲਾਹ ਨੇ ਸਾਰੇ ਵਾਸਤੇ ਆਸਾਨੀ ਪੈਦਾ करे ਤੇ ਮੇਰੀ ਤਰਫੋਂ ਅੱਲਾਹ ਹਾਫਿਜ਼ ਤੇ अस्सलाम वालेकुम। ਓਕੇ ਜੀ, ਵਾਲੇਕੁਮ ਸਲਾਮ, ਅੱਲਾਹ ਹਾਫਿਜ਼। ਠੀਕ ਹੈ ਜੀ, ਮੇਰੇ ਵੱਲੋਂ ਵੀ ਅੱਲਾਹ ਹਾਫਿਜ਼।
ਅੱਲਾ ਦੇ ਹਵਾਲੇ ਦੁਆਵਾਂ ਯਾਦ ਰੱਖਣਾ। ਇਨਸ਼ਾਅੱਲਾ ਅੱਲਾਹ ਓਕੇ ਤਾਲਾ ਓਕੇ, ਅਸਲਾਮ ਵਾਲੇਕੁਮ। ਹੱਸਦਾ ਵਸਦਾ ਰੱਖੇ, ਆਪਣੀਆਂ ਬਰਕਤਾਂ ਨਾਲ ਨਵਾਜ਼ੇ ਜਨਾਬ ਜੀ ਸਾਰੇ ਭਾਈਆਂ ਨੂੰ। ਖੈਰ ਆਮੀਨ। ਆਮੀਨ। ਆ 2 ਹਫ਼ਤੇ ਮੇਰਾ ਹਾਲਾਤ ਖਰਾਬ ਰਹਿਣਗੇ, ਬਾਅਦ ਚ ਸਹੀ ਹੋ ਜਾਣੇ ਆ। ਤਾਂ ਵੀ ਨਹੀਂ ਰਹਿਣੇ ਮੋਮਨ ਭਾਈ। ਹੂੰ। ਜੇ 2 ਹਫ਼ਤੇ ਨੂੰ ਲੰਮਾ ਗਿਆ ਕੰਮ ਤੇ ਫਿਰ ਲੰਮਾ ਹੋ ਜਾਣਾ ਵਾ। ਇਹ ਅੱਜ ਕੱਲ ਹੁਣ ਮੈਂ ਤੁਹਾਨੂੰ ਗੱਲ ਦੱਸਾਂ, ਗੱਲ ਇਹ ਆ ਕਿ ਅਸਲ 'ਚ ਕਿ ਨਾ ਇਹ ਵਾ ਖੌਫ ਪੈਦਾ ਕਰਨਾ ਤੇ ਡਰਾਉਣਾ, ਤੇ ਜੇ ਤੇ ਗਿਆ ਡਰ। ਓਏ ਉੱਥੋਂ ਗੱਲ ਸੁਣੋ, ਮੈਂ ਤੁਹਾਨੂੰ ਦੱਸਾਂ, ਐਵੇਂ ਡਰਾਵਾ ਡਰੋਵਾ ਜਾਂ ਜਿਸ ਮੁਲਕ ਨੂੰ ਇਹਨੇ ਹੱਥ ਪਾਇਆ ਉੱਥੇ ਲੱਭਣਾ ਕੀ ਹੈ? ਉੱਥੇ ਨੁਕਸਾਨ ਹੀ ਨੁਕਸਾਨ ਹੈ। ਚੁੱਪ ਕਰੋ। ਕੋਈ ਆ ਹੋ ਨੁਕਸਾਨ ਤੇ ਹੈ, ਲੇਕਿਨ ਇਹ ਆ ਕਿ ਅਮਰੀਕਾ ਕਿਹੜੇ ਨੁਕਸਾਨ ਵਾਲੇ ਬਣੇ ਜਾਂਦਾ? ਐਵੇਂ ਗੱਲਾਂ ਨਹੀਂ ਜਾਂਦਾ ਨਹੀਂ ਹੈ, ਲੇਕਿਨ ਇਹ ਆ ਕਿ ਨਾ ਉਹ ਨਾ ਕਿ ਨਾ ਉੱਥੋਂ ਕੱਢਣਾ ਤੇ ਬਹੁਤ ਕੁਛ ਚਾਹੁੰਦਾ, ਲੇਕਿਨ ਅਗਲੇ ਸਾਈਆਂ ਨੇ ਨਹੀਂ ਕੱਢਣ ਦੇਣਾ ਨਾ, ਇਹ ਤਾਂ ਪੱਕਾ। ਦੇਖੋ ਆਰਾਮ ਨੇ ਵੀ ਤਾਂ ਇੱਧਰ ਉੱਧਰ ਬੰਬ ਮਾਰੇ ਨੇ ਕਿ ਦੂਜੇ ਮੁਲਕ ਨਾ ਉਹ ਵਿੱਚ ਪੈ ਜਾਣਗੇ ਤੇ ਸੁਲ੍ਹਾ ਸਫਾਈ ਹੋ ਜਾਏਗੀ। ਉਹ ਨਹੀਂ, ਉਹਨੇ ਵੀ ਤਾਂ ਹੀ ਉਹ ਜਿਹੜੇ ਉਹਨਾਂ ਦੇ ਅੱਡੇ ਸਨ ਨਾ ਅਮਰੀਕਾ ਦੇ, ਉਹਨਾਂ ਨੇ ਉਹ ਤਬਾਹ ਕੀਤੇ ਨੇ ਉਹ ਆਪਣੇ ਤਬਾਹ ਕੀਤੇ ਨੇ। ਆਪਣਾ ਆਹੋ ਉਹੀ ਨਾ, ਉਹ ਫਿਰ ਬਹਾਨਾ ਬਣੇਗਾ ਨਾ, ਦੂਜੇ ਮੁਲਕ ਫਿਰ ਬੋਲਣਗੇ, ਉਹ ਕਹਿਣਗੇ ਅਮਰੀਕਾ ਨੂੰ ਬੰਦ ਕਰ। ਨਹੀਂ ਉਹ ਬੋਲਣ ਜਾਂ ਹੋ ਸਕਦਾ ਉਹਨਾਂ ਦੇ ਸਟ੍ਰੈਟਜੀ ਇਹ ਵੀ ਹੋ ਸਕਦੀ ਹੈ, ਲੇਕਿਨ ਇਹ ਕਿ ਉਹਦਾ ਬੈਕਗ੍ਰਾਉਂਡ ਬਹੁਤ ਟਾਈਟ ਆ। ਹਾਂਜੀ। ਉਹਦਾ ਬੈਕਗ੍ਰਾਉਂਡ ਇੰਨਾ ਟਾਈਟ ਆ ਕਿ ਉਹ ਹਰ ਸ਼ੈ ਵਲੇਟ ਸਕਦੇ ਆ। ਯਾਰ ਉਹਦੇ ਲਈ ਅਮਰੀਕਾ ਲਈ ਇਰਾਨ ਘੰਟੇ ਦੀ ਮਾਰ ਨਹੀਂ ਹੈਗਾ। ਉਹ ਐਵੇਂ ਬਸ ਚੁੰਡੀ ਚਾਂਡੀ ਵੜਨੀ ਤੇ ਨੇ ਵੱਢ ਲਈ ਬਸ। ਉਹ ਨਹੀਂ ਯਾਰ ਹਬੀਬੁੱਲਾ, ਕਿਸ ਤਰ੍ਹਾਂ ਹੋ ਸਕਦਾ ਯਾਰ ਮਤਲਬ ਕਿ ਤੁਹਾਡੇ ਮਤਲਬ ਕਿ ਇਰਦ ਗਿਰਦ ਤੁਸੀਂ 2-3 ਮੁਲਕ ਜੇ ਔਰ ਟਾਪ ਦੇ ਕੋਈ ਮਤਲਬ ਕਿ ਸਹੀ ਧੜੱਲੇ ਵਾਲੇ ਮੁਲਕ ਜੇ, ਤੇ ਤੁਸੀਂ ਪਾਵਰ ਹੈ ਯਾਰ, ਕਿਹੋ ਜਿਹੀਆਂ ਉਹ ਗੱਲਾਂ। ਕੋਈ ਸੁਪਰ ਪਾਵਰ ਨਹੀਂ ਹੈ ਯਾਰ। ਸੁਪਰ ਪਾਵਰ ਇਸ ਟਾਈਮ ਜਿਹੜਾ ਸੁਪਰ ਪਾਵਰ ਜੇ ਵੇਖਣਾ ਨਾ ਤੇ ਉਹ ਚਾਈਨਾ ਹੈ ਤੇ ਜਾਂ ਰੂਸ ਹੈ। ਹੋਰ ਬਨੇ ਲੈ ਕੇ ਜਾਓ ਨਾ, ਛੱਡੋ ਰੌਲਾ। ਓਕੇ ਅਸੀਂ ਇਸ ਕੁੱਤਖਾਨੇ 'ਚ ਲੈਣਾ ਕੀ ਹੈ? ਲੈਣਾ ਹੀ ਨਹੀਂ, ਫਾਇਦਾ ਹੀ ਕੋਈ ਨਹੀਂ। ਕਿਉਂ ਭਾਈ ਫੇਕ? ਬਿਲਕੁਲ। ਬਿਲਕੁਲ ਕਿਉਂ ਮੌਲਾਨਾ ਸਾਹਿਬ? ਇਹ ਫੇਰ ਕਿਹੜਾ ਆਵਾਜ਼ਾ ਕੱਢਣ ਡਿਆ ਹੈ? ਜਿਹਨੂੰ ਆਦਤ ਪੈ ਗਈ ਹੈ। ਉਹ ਮੁਸ਼ਤਬਾ ਮੁੜ ਜਾ ਨਾ, ਸ਼ਰਾਰਤਾਂ ਕਰ। ਉਵੇਂ ਦੀ ਨਿਕਲਦੀ ਹੈ ਜਿਵੇਂ ਨਹੀਂ ਉਹ ਪਠਾਨ ਜਦੋਂ ਫੰਡਲ ਮੱਝ ਕਰਦੇ ਆ ਉਹਦੀ ਆਵਾਜ਼ ਨਿਕਲਦੀ ਹੈ। ਇਹ ਪਤਾ ਕੀ ਹੈ, ਇਹ ਉਦੋਂ ਲਵਾ ਸੀ, ਇੰਜ ਸੀ ਜਿਵੇਂ ਕੀ ਕਹਿੰਦੇ ਨੇ, ਜਿਵੇਂ ਸੰਡੇ ਅੱਗੇ ਖਲ ਦਾ ਕਿਤਾਬਾ ਹੋਵੇ। ਵਾਹ। ਉਹ ਨਹੀਂ ਹਬੀਬੁੱਲਾ, ਨਹੀਂ, ਛੱਡੋ ਇਹਨਾਂ ਗੱਲਾਂ ਨੂੰ। ਅੱਛਾ। ਬੀਬੁੱਲਾ ਯਾਰ ਤੂੰ ਜ਼ਿਆਦਾ ਲਿਖੀ ਜਾਂਦੇ ਆ, ਨਾ ਕਰਨਾ। ਯਾਰ ਤੂੰ ਮੇਰਾ ਛੋਟਾ ਭਰਾ ਹੈ, ਪੂਰੀਆਂ ਗੱਲਾਂ ਤੈਨੂੰ ਮੈਂ ਸਿਖਾਉਣ ਡਿਆ। ਕੱਲ ਨੂੰ ਤੈਨੂੰ ਇਹਨਾਂ ਗੱਲਾਂ ਦੀ ਜ਼ਰੂਰਤ ਪੈ ਸਕਦੀ ਹੈ। ਇਹਦਾ ਮਤਲਬ ਜਿਹੜਾ ਉਸਤਾਦ ਦੀ ਝੋਲੀ 'ਚ ਬਹੇਗਾ ਉਹ ਉਸਤਾਦ ਬਣੇਗਾ। ਆਦਤ ਕੋਈ ਨਹੀਂ, ਸਿਰਫ ਇਹ ਹੈ ਕਿ ਦੱਸਣ ਡੇ ਆ ਕਿ ਬਚ ਕੇ ਰਹੀ ਬਾਬਾ। ਉਹ ਬਚ ਗਏ ਯਾਰ ਉਸਤਾਦ ਜੀ। ਹੋਏ 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 ਹੋਏ, ਤੁਸੀਂ ਵੀ ਯਾਦ ਕਰੋਗੇ ਸਾਡੀ ਮਹਿਫਲ ਨੂੰ ਜਨਾਬ।
ਹਬੀਬੁੱਲਾ ਚੋਪੀ ਕਰ ਗਏ ਜੇ। ਬੁੱਲਾ ਲੱਗਦਾ ਮਸਰੂਫ ਹੋ ਗਿਆ, ਬਿਜੀ ਹੋ ਥੋੜਾ ਗਿਆ ਜਿਹਾ ਬਿਜੀ। ਮਸਰੂਫ ਦਾ, ਮੈਂ ਤਾਂ ਕਰਕੇ ਮਿਊਟ ਕੀਤਾ। ਵੀ ਬੁੱਲਾ ਕਿਤੇ ਮੂੰਗਫਲੀ ਤੇ ਨਹੀਂ ਖਾਂਦਾ? ਹੈਂ? ਮੂੰਗਫਲੀ ਤੇ ਨਹੀਂ ਖਾ ਰਿਹਾ? ਉਹਨੇ ਨੇ ਅੱਗੇ ਖੰਘ ਤੇ ਹਟਦੀ ਨਹੀਂ, ਮੂੰਗਫਲੀ ਨੀਰੀ ਖੰਘ ਦਾ ਘਰ। ਉਹ ਮੂੰਗਫਲੀ ਦਾ ਦਰਮਿਆਨ ਵਾਲਾ ਦਾਣਾ ਕੱਢ ਕੇ ਤੇ ਸੁੱਟਦੀ ਹੈ ਨਾ, ਤੇ ਫੇਰ ਨਹੀਂ ਖੰਘ ਲੱਗਦੀ ਯਾਰ। ਵੇਖ ਲਓ ਤੇ ਸੁੱਤੇ ਹੋਏ ਬੰਦੇ ਨੂੰ ਜਗਾ ਕੇ ਨਾ ਕਹਿੰਦਾ ਨੀਂਦ ਦੀ ਗੋਲੀ ਖਾ, ਤੇ ਫੇਰ ਇਹਨੇ ਕਹਿਣਾ ਦਾ ਨਾਂ ਜੇ ਰਾਜਪੂਤ ਭਾਈ, ਮੈਂ ਤੇ ਬੜਾ ਬਚ ਬਚਾ ਕੇ ਰਹਿਣਾ। ਕਹਿਣਾ ਜ਼ਿਆਦਤੀ ਹੋ ਗਈ ਆ। ਉਹ ਖੁਸ਼ ਰਿਹਾ ਕਰੋ ਯਾਰ, ਮੈਂ ਕਹਿੰਦਾ ਹੱਸਦਾ ਬੰਦਾ ਸੋਹਣਾ ਲੱਗਦਾ ਯਾਰ, ਉਹ ਜਿੰਦਾ ਰਹਿੰਦਾ ਹੱਸਦਾ। ਇਹ ਵੈਸੇ ਮੈਂ ਸਹੀ ਗੱਲ ਦੱਸਣੇ ਆ ਕਿ ਦਰਮਿਆਨ ਵਾਲਾ ਜਿਹੜਾ ਦਾਣਾ ਨਾ, ਉਹਨੂੰ ਜੇ ਕੱਢ ਦਈਏ ਨਾ, ਤੇ ਉਹ ਮੂੰਗਫਲੀ ਚਨੇ ਦੇ ਬਰਾਬਰ ਹੋ ਜਾਂਦੀ। ਸਹੀ ਗੱਲ ਆ। ਜੇ ਹੋਈ 2 ਦਾਣੇ ਵਾਲੀ ਮੂੰਗਫਲੀ ਤੇ ਫੇਰ ਰੇੜਾ ਤਾਂ ਮਾਰ ਗਿਆ। ਫਿਰ ਉਹ ਦੋਵੇਂ ਯਾਰ ਕੱਢ ਦਿਓ। ਥੋੜ੍ਹੇ ਹੋਣੇ ਨੇ, ਮੈਂ ਗੱਲ ਗਲਤ ਕਰ ਬੈਠਾ ਯਾਰ। ਓਏ ਯਾਰ, ਮੈਨੂੰ ਇਸ ਤੋਂ ਗੱਲਾਂ ਨਿਕਲਣ ਰਹੀਆਂ। ਮੈਂ ਸਲਾਦ ਉੱਤੇ ਡੋਨਰ ਸਲਾਈਸ ਤੇ ਉੱਤੇ ਇਹਦੇ ਕੋਇਲ ਪਾ ਕੇ ਖਾਂਦਾ ਹੈ। ਵਾਹ, ਉਹ ਮਜ਼ੇ ਦਾ ਬਣਦਾ ਕੰਮ। ਹਾਂ, ਸਲਾਦੀ ਸਲਾਦ ਦੀ ਸਲਾਦ। ਘਰ ਅੱਜ ਮੈਂ ਪਕਾਇਆ ਸੀ, ਬਣਿਆ ਸੀ ਵੜੀਆਂ। ਹਾਂ, ਵਿਸਲੀਆਂ ਜੀ। ਨਹੀਂ, ਸੋਇਆਬੀਨ ਦੀਆਂ ਹਾਂ ਹਾਂ, ਬੜੀਆਂ ਮਜ਼ੇਦਾਰ ਹੁੰਦੀਆਂ ਯਾਰ। ਇਸ ਤਰ੍ਹਾਂ ਹੀ ਵਾਕਈ। ਤੇ ਉਹ ਵੈਸੇ ਵੀ ਸ਼ੂਗਰ ਵਗੈਰਾ ਲਈ ਸਹੀ ਨੇ। ਲੱਖ ਰੁਪਏ ਲੱਖ ਰੁਪਏ ਦੇ ਯਾਰ। ਇਹ ਰੋਟੀ ਤੇ ਮੈਂ ਤਕਰੀਬਨ ਵੜੀਆਂ 25 ਭੁੰਨੀਆਂ ਹੋਣ ਨਾ, ਵੜੀਆਂ ਭੁੰਨੀਆਂ ਹੋਣ ਤੇ ਗੋਸ਼ੇ ਨੂੰ ਪਰਾਂ ਕਰਦੀਆਂ ਨੇ। ਸਹੀ ਗੱਲ ਆ। ਵਿੱਚ ਮੈਂ ਹਬੀਬੁੱਲਾ ਉਹਦੇ ਚ ਕੀਮਾ ਪਾ ਲਿਆ ਸੀ। ਉਹ ਜੇ ਤੁਸੀਂ ਚੰਗਾ ਕੀਤਾ ਨਾ ਵੀ ਤੁਸੀਂ ਪਾਓ ਨਾ, ਉਹ ਵੜੀਆਂ ਜਿਹੜੀਆਂ ਨੇ ਉਹਨਾਂ ਦਾ, ਉਹ ਮੈਂ 1-2 ਵਾਰੀ ਖਾਧੀਆਂ। ਇੱਕ ਵਾਰੀ ਪੀਜ਼ੇ ਤੇ ਇੱਕ ਜਗ੍ਹਾ ਸਿੱਖਾਂ ਦਾ ਪੀਜ਼ਾ ਸੀ, ਉਹਨਾਂ ਨੇ ਬਣਾਈ ਸੀ। ਉਹ ਮੈਂ ਯਕੀਨ ਕਰੋ, ਮੈਂ ਪਹਿਲੇ ਨਹੀਂ ਸੀ ਕਦੀ ਖਾਧੀਆਂ, ਮੁੜ ਕੇ ਫਿਰ ਇਹਨਾਂ ਦਾ ਮੈਂ ਸ਼ੌਕੀਨ ਹੀ ਹੋ ਗਿਆ। ਬੜੀਆਂ ਬੜੀਆਂ ਕਰਾਰੀਆਂ ਪੱਕਦੀਆਂ। ਦੱਸਾਂ ਕੀ ਹੁੰਦਾ, ਰਾਤੀ ਭਿਓ ਕੇ ਰੱਖ ਦਿਓ। ਹਾਂ ਹਾਂ, ਸੁਬਾਹ ਚੰਗੀ ਤਰ੍ਹਾਂ ਨਿਚੋੜ ਕੇ ਮਸਾਲਾ ਭੁੰਨ ਕੇ ਤੇ ਵਿੱਚ ਪਾਓ। ਉਹ ਇਹ ਤੇ ਇਹ ਜਿਹੜੇ ਨੇ ਆਪਣੇ ਸਰਦਾਰ ਭਾਈ ਤੇ ਇਹ ਜਿਹੜੇ ਕੀ ਕਹਿੰਦੇ ਹਿੰਦੂ ਲੋਕ ਨੇ, ਇਹ ਤੇ ਇਹਨਾਂ ਦਾ ਕੀ ਕਹਿੰਦੇ ਬਾਬੀ ਕੋ ਟਿੱਕੇ ਬਣਾ ਕੇ ਖਾਂਦੇ ਜੇ। ਬਿਲਕੁਲ ਬਿਲਕੁਲ, ਕੋਈ ਸ਼ੱਕ ਨਹੀਂ। ਕਿਉਂਕਿ ਇਹਨਾਂ ਗੋਸ਼ੇ ਤੇ ਖਾਣਾ ਨਹੀਂ ਹੁੰਦਾ। ਇਹਦੇ ਪਨੀਰ ਦੇ ਟਿੱਕੇ, ਹਾਂ, ਇਹਦੇ ਪਨੀਰ ਦੇ ਨਾਲ ਵਿੱਚ ਸਬਜ਼ੀ ਲਾ ਲੈਂਦੇ ਨੇ ਕੋਈ। ਬੈਂਗਣ ਸ਼ੈਂਗਣ ਲਾ ਲਏ, ਗੋਭੀ ਲਾ ਲਈ। ਹਾਂ, ਇਹਨਾਂ ਦੀ ਇਹ ਗ੍ਰਿਲ ਹੁੰਦੀ ਆ। ਇਹਨਾਂ ਗੋਸ਼ੇ ਤੇ ਖਾਣਾ ਨਹੀਂ ਆ। ਜਿਹੜੇ ਸਰਦਾਰ ਨੇ ਇਹ ਤੇ ਕਰ ਲੈਂਦੇ ਚਿਕਨ ਤੇ ਮਟਨ। ਤੁਸੀਂ ਕਹਿੰਦੇ ਜੇ ਕਿ ਨਾ ਇਹ ਗੋਸ਼ਤ ਨਹੀਂ ਖਾਂਦੇ, ਜਿੰਨਾ ਸਰਦਾਰ ਗੋਸ਼ਤ ਖਾਂਦੇ ਆ। ਨਹੀਂ ਖਾਂਦੇ ਨੇ ਸਰਦਾਰ, ਪਰ ਸਾਰੇ ਦੇ ਵਿੱਚ ਥੋੜੇ ਨਹੀਂ ਵੀ ਖਾਂਦੇ। ਆਹੋ, ਜਿਹੜੇ ਨੰਗ ਹੁੰਦੇ ਆ ਨਾ, ਨੰਗ ਤੇ ਸਹੀ ਲਲਕਾਰ ਕੇ ਖਾਂਦੇ ਆ ਨਾ। ਉਹ ਜਿਨ੍ਹਾਂ ਨੇ ਚੋਲੇ ਪਾਏ ਹੁੰਦੇ ਆ ਤੇ ਉੱਤੇ ਕਈ ਅੰਮ੍ਰਿਤ ਵੀ ਛਕ ਲੈਂਦੇ ਨੇ ਨਾ, ਉਹ ਨਹੀਂ ਖਾਂਦੇ। ਅੰਮ੍ਰਿਤ ਨਹੀਂ, ਉਹ ਜਿਹੜੇ ਜਿਨ੍ਹਾਂ ਦੀ ਮੈਂ ਗੱਲ ਕਰਨ ਡਿਆ, ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੁੰਦਾ, ਲੇਕਿਨ ਉਹਨਾਂ ਨੂੰ ਕਹਿੰਦੇ ਆ, ਕੀ ਕਹਿੰਦੇ ਆ, ਉਹ ਅੰਮ੍ਰਿਤ ਅਸੀਂ ਵੀ ਛਕ ਸਕਦੇ ਆ। ਨਹੀਂ, ਇਹਨਾਂ ਦੀ ਫੌਜ ਹੁੰਦੀ ਆ ਉਹ। ਅੱਛਾ ਅੱਛਾ ਅੱਛਾ, ਜਿਹਦੀ ਮੈਂ ਗੱਲ ਕਰਦਾ ਨਾ, ਇਹਨਾਂ ਦੀ ਫੌਜ ਆ। ਹਾਂ, ਉਹਨਾਂ ਨੂੰ ਗੋਸ਼ਤ ਹਲਾਲ ਆ ਉਹ, ਲੇਕਿਨ ਉਹਨਾਂ ਨੇ ਗੋਸ਼ਤ ਖਾਣਾ ਝਟਕਾ ਮਾਰ ਕੇ ਨਾ, ਝਟਕੇ ਵਾਲਾ। ਓਏ ਓਕੇ। ਤੇ ਨਾਲ ਉਹਨਾਂ ਨੇ ਭੰਗ ਪੀਣੀ ਹੁੰਦੀ ਆ। ਭੰਗ ਵੀ ਉਹਨਾਂ ਲਈ ਜਾਇਜ਼ ਆ। ਬੱਲੇ ਬੱਲੇ। ਤੇ ਜੰਗ ਕਿਸ ਤਰ੍ਹਾਂ ਕਰਦੇ ਉਹਨੇ?
ਬਈ ਜੰਗ ਕੀ ਆ? ਉਹ ਜੰਗ ਉਹਨਾਂ ਨੇ ਕਿਹੜਾ ਕਰਨੀ ਆ? ਉਹ ਤੇ ਜਦੋਂ ਜੰਗ ਹੋਏਗੀ ਤੇ ਫੇਰ ਹੀ ਆ ਨਾ। ਨਹੀਂ, ਮੈਂ ਆਖਿਆ ਕਿ ਭੰਗ ਪੀ ਕੇ ਤੇ ਫਿਰ ਤੇ ਲੰਮੇ ਪੈ ਕੇ ਜੰਗ ਕਰਦੇ ਹੋਣੇ। ਨਹੀਂ 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 ਨਹੀਂ, ਸਰਦਾਈ, ਉਹਨੂੰ ਸਰਦਾਈ ਕਹਿੰਦੇ, ਉਹਦੇ ਚ ਅੱਛਾ ਬੜਾ ਅੱਛਾ ਕੁਝ ਅੱਛਾ, ਹੁੰਦਾ, ਬਦਾਮ, ਖਸਖਾਸ। ਬਿਲਕੁਲ ਸਰਦਾਈ ਤੇ ਹੋਰ ਸ਼ਾਇ ਆਹ, ਉਹਦੇ ਚ ਥੋੜੀ ਜੀ ਭੰਗ ਦਾ ਇਸਤੇਮਾਲ ਕੀਤਾ ਜਾਂਦਾ। ਬਿਲਕੁਲ ਬਿਲਕੁਲ। ਤੇ ਉਹ ਤੇ ਉਹਨਾਂ ਨੇ ਤੇ ਮਾਏ 20 ਮੀਟਰ ਤੇ ਕਪੜਾ ਸਿਰ ਨੂੰ ਲਪੇਟਿਆ ਹੁੰਦਾ ਹੈ। ਉਹ ਵੈਸੇ ਦੇਖਿਆ ਜਾਏ ਤੇ ਉਹ ਠੰਡੀ ਹੁੰਦੀ ਹੈ, ਉਹਦਾ ਨੁਕਸਾਨ ਤੇ ਕੋਈ ਨਹੀਂ ਹੈ। ਹਾਂ ਹਾਂ। ਉਹ ਸਿਰਫ ਠੰਡੀ ਹੋਣ ਦੀ ਵਜ੍ਹਾ ਤੋਂ ਗਜ਼ੁੰਟ ਹੈ, ਮਤਲਬ ਕਿ ਸਿਹਤਮੰਦ ਉਹ ਠੀਕ ਆ। ਸਿਰਫ ਉਹਦੇ ਚ ਥੋੜਾ ਜਿਹਾ ਇਹ ਆ ਕਿ ਵੀ ਨਾ ਇਹ ਜੇ ਤੁਹਾਡੇ ਨਹੀਂ ਉਹ ਕੀ ਬੜੀ ਨਾ ਜਦੋਂ ਇਹ ਪੀਂਦੇ ਹੋਣੇ ਆ ਤੇ ਉਹ ਨਿੱਕੀ ਜੀ ਵਹਿਣੀ ਜਿਹੜੀ ਉਹ ਵਹਿਣਾ ਨਜ਼ਰ ਆਉਂਦਾ ਹੋਣਾ। ਹਾਂ। ਨਹੀਂ, ਉਹ ਜਿਹੜੇ ਆ ਨਾ ਉਹਨਾਂ ਦੇ ਬਕਾਇਦਾ ਹਰ ਹਰ ਉਹ ਸਰਦਾਰ ਹੁੰਦਾ ਜਿਨ੍ਹਾਂ ਨੇ ਉਹ ਬਣੇ ਹੁੰਦੇ ਨਾ ਉਹਨਾਂ ਦੀ ਫੌਜ ਦੇ ਮੈਂਬਰ, ਉਹ ਵਾਲੇ। ਹਾਲਾਂਕਿ ਸਰਦਾਰ ਜਿਹੜੇ ਗੋਸ਼ਤ ਵੀ ਨਹੀਂ ਖਾਂਦੇ, ਨਾ ਅੰਡਾ ਨਾ ਕੁਛ, ਉਹਨਾਂ ਲਈ ਹਰ ਚੀਜ਼ ਜਾਇਜ਼ ਆ। ਬਾਬੇ ਗੁਰੂ ਨਾਨਕ ਦੀ ਫੌਜ ਹੋਏਗੀ ਉਹ। ਬਾਬੇ ਗੁਰੂ ਨਾਨਕ ਨਹੀਂ, ਗੁਰੂ ਗੋਬਿੰਦ ਸਿੰਘ ਦੀ ਹੈ। ਹਾਂਜੀ, ਉਹ ਕਈ ਵਾਰੀ ਇੱਥੇ ਕਿਉਂਕਿ ਨਗਰ ਕੀਰਤਨ ਕਰਦੇ ਨੇ ਨਾ, ਤੇ ਉਹਨਾਂ ਦੇ ਵਿੱਚ ਅੱਗੇ ਅੱਗੇ ਹੁੰਦੇ ਨੇ ਸ਼ਾਮ ਦਾ। ਤਾਂ ਆਹੋ ਆਹੋ। ਸਭ ਸਹੀ ਹੈ ਫਿਰ ਪਿਆਰਿਓ, ਮੈਂ ਵੀ ਨਾ ਹੁਣ ਕਿਉਂਕਿ ਉਹਨਾਂ ਦਾ ਨਾ ਬਾਬੇ ਨਾਨਕ ਹੀ ਇਹਨਾਂ ਦੇ 9ਵੇਂ ਜਿਹੜੇ ਗੁਰੂ ਸੀ, ਉਦੋਂ ਤੱਕ ਕੋਈ ਸਿੱਖ ਧਰਮ ਨਹੀਂ ਸੀ ਹੈਗਾ। ਹਾਂਜੀ, ਸਿੱਖ ਧਰਮ 10ਵੇਂ ਇਹਨਾਂ ਦੇ ਗੁਰੂਆਂ ਨੇ ਆ ਕੇ ਬਣਾਇਆ। ਰਾਣਾ ਤੂੰ ਸਹੀ ਵੀ ਹੈ ਜਾ ਰਿਹਾ? ਮੁਹੰਮਦ ਭਾਈ, ਫਿਰ ਨਾ ਮੇਰੇ ਵੱਲੋਂ ਅੱਲਾ ਹਾਫਿਜ਼, ਮੈਂ ਨਾ ਫਿਰ ਛੁੱਟ ਜਾਣਾ। ਚਲੋ ਸਹੀ। ਓਕੇ ਜੀ ਰਾਣਾ ਸਾਹਿਬ, ਮਿਹਰਬਾਨੀ। ਹਾਂਜੀ। ਓਕੇ ਜੀ। ਦਾ ਮੁਸਤਫਾ ਅੱਜ ਗਰੋ ਗਿਆ ਸਾਂ। ਉਹ ਅੱਜ ਗਰੋਸ ਕਿਵੇਂ ਗਰਾਉ ਨਹੀਂ ਹਬੀਬੁੱਲਾ ਅੱਜ। ਅੱਜ ਹਬੀਬੁੱਲਾ? ਮੇਰੇ ਅੱਜ ਮੇਰੇ 4 ਚੱਕਰ ਜਿਹੜੇ ਆ, 4 ਤੋਂ 5 ਚੱਕਰ ਲੱਗੇ ਨੇ ਮੇਰੇ ਹੰਬੁਰਗ ਦੇ। ਹਾਂ ਤੇ ਬਸ ਇਸ ਤਰ੍ਹਾਂ ਟਾਈਮ ਲੰਘਿਆ। ਹਾਂ ਹਾਂ। ਕਿਹੜਾ? ਆਹ ਕਿਹਾ ਗੱਡੀ ਦਾ ਅਗਲਾ ਹਿੱਸਾ ਹੈ। ਸਹੀ ਹੈ, ਓਕੇ, ਅੱਲਾ ਹਾਫਿਜ਼ ਪਿਆਰਿਓ। ਠੀਕ ਹੈ ਫਿਰ ਓਕੇ ਜੀ ਖੁਦਾ। ਇਨਸ਼ਾਅੱਲਾ ਸੁਬਹ ਸਹੀ। ਓਕੇ ਜੀ, ਮੇਰੇ ਲਈ ਅੱਲਾ ਹਾਫਿਜ਼। ਰੱਬ ਰੱਖਾ। ਉਹ ਕਿ ਜੀ ਓਕੇ ਜੀ ਸਾਰੇ ਖੁਦਾ। ਮੇਰੇ ਵੱਲੋਂ ਹੀ ਅੱਲਾਹ ਹਾਫਿਜ਼। ਓਕੇ ਜੀ, ਸਲਾਮ ਅਲੈਕੁਮ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ।
तो मुसलमानों को जो है ना वो इनका वो हाल कर देंगे कि जिसकी कोई हद नहीं। ये तो सारा जुल्म करेंगे। ये जितने ये नजर आते हैं ना, ये उस तरह के हैं नहीं। अभी भी आप देख ले, मुसलमान बहनें इनकी ब्रॉड के ऊपर चले जाएं तो ये कैसे ठट्ठा मजाक करते हैं। अच्छा, एमजी साहब नीचे मौजूद हैं, लेकिन अगर वो कह रहे थे कि शायद मेरी कॉल ले ली जाए, ये इम्तियाज भाई बेहतर समझते हैं। लेकिन अब एमजी साहब, और अब मैं आपको एक और बात बताऊं, ये अभी पिछले दिनों भी मैंने आपको एक वाकया भी बताया था अंसर रजा साहब का, तो किसी की हिम्मत नहीं हुई। उधर राजा ताउल मनान साहब भी बैठे हुए थे, ये एमजी साहब का भी ऐसे ही होता है, जो भी बैठा हो, ठीक है ना, वो उनकी जुर्रत नहीं होती कि अंसर रजा साहब को रोक दें और कहें जी कि आपने ये बात गलत की है, आपने मुसलमान खवातीन को नीचे उतारा, उनकी तजलील की है, गलत किया आपने, आप जो बातें कर रहे हैं वो आपको सूट नहीं करती। तो यही इनकी बातें हैं, ये एक दूसरे की वो बिल्कुल जो है ना ताद गुजारी करते रहते हैं। इनके अंदर इतनी हिम्मत नहीं है कि ये गलत को गलत कह सकें, क्योंकि ये गुलाम नेचर है ना, गुलाम फितरत है इनकी। और बाकी मैं अफजल भाई, मैं आपको एक बात बताऊं, मेरा ये मानना है, जब से मैं ये कादियानियत से निकली हूँ, मेरा ये मानना है कि जितने भी आपको सोशल मीडिया पे लोग नजर आते हैं ना, जो वो कहते हैं कि हम अभी नए कादियानी हुए हैं, ठीक है ना, वो बिल्कुल गलत है। क्योंकि मैं ये समझती हूँ कि इनमें से बहुत सारे लोग जोक दर जोक निकल रहे हैं, पर अगर कोई हो रहा है, ठीक है, मैं ये बात नहीं मानती। वो इनका ही कोई एक प्रोपोगेंडा होता है या कोई एजेंट होते हैं इन्हीं के। आपके सामने बहुत सारे लोग ऐसे आए हैं पिछले दिनों में, 3-4 दिन नमूदार हुए हैं अचानक ही, ठीक है। तो ये इनकी सारी की सारी जो है ना, इनकी खुद साख्ता प्लानिंग है, और ये सिर्फ घुमाने के लिए है। जैसे अभी सलीम मीर साहब ने कहा भी है, घुमाने आए हैं। सिस्टर वो ऐसे आप शुक्र अल्लाह का। सिस्टर ये इम्तियाज मैंने फिनिश करना है तो जी ठीक है जी, मेरे बहुत बहुत शुक्रिया। मैं तो बोल रही थी जज़ाकल्लाह जी इम्तियाज भाई। आपकी बात होगी इससे मुकम्मल? जी मेरे भाई बिल्कुल मुकम्मल हो गई है, ठीक है, जज़ाकल्लाह, बहुत बहुत जज़ाकल्लाह खैर। शुक्रिया। मैं इंशाल्लाह, चूँकि सिर्फ आपने जो ज़िक्र किया था, मैं चाहता हूँ कि इंशाल्लाह अल्लाह ताला से इस दुआ के साथ कि अल्लाह ताला इनकी आँखें के आगे जो पट्टी आ गई है, अल्लाह ताला इनको वो पट्टी खुद से उतारने की तौफीक दे दें, क्योंकि जब तक खुद इंसान कोशिश नहीं करता तो कुछ भी नहीं होता। अल्लाह ताला इनको हिदायत का रास्ता दिखाएं। ये सिर्फ मैं 1-2 हवाले पढ़ देता हूँ। ये रूहानी ख़ज़ाइन की जिल्द 18 का सफ़ा नंबर 220 है। कहते हैं कि मसीह की रास्तबाजी अपने ज़माना में दूसरे रास्तबाजों से बढ़ के साबित नहीं होती, बल्कि याहया नबी को इस पर एक फ़जीलत है। अब वो कह रहे हैं कि याहया अलैहिस्सलाम को मसीह अलैहिस्सलाम पे फ़जीलत है, और उसकी वजूहात क्या है फ़जीलत की? एक, वो शराब नहीं पीता था, और कभी नहीं सुना गया कि किसी फ़ाहिशा औरत ने आकर अपनी कमाई के माल से इसके सर पे अतर मिला था, या हाथों और अपने सर के बालों से उसके बदन को छुआ था। अब यहाँ पे ना आपने देखना है कि ये जो मिर्ज़ा साहब बात करेंगे ना, ये बात किसकी कर रहे हैं? इस्लाम के ईसा अलैहिस्सलाम की या बाइबल के किसी फ़र्ज़ी मसीह की? ये आपने बात नोट करनी। अब देखिए, ज़रा पढ़ते जाइएगा आप। कहते हैं कि या कोई बेताल्लुक जवान औरत उसकी खिदमत करती थी। आप आगे देखिए, ये सबूत है। इसी वजह से खुदा ने कुरान में याहया का नाम हुसूर रखा, मगर मसीह का ये नाम ना रखा, क्योंकि ऐसे किस्से इस नाम के रखने से माने थे। अब मुझे बताएं ज़रा कि अब वो कौन सी हस्ती है? मैं उन लोगों से मुखातब हूँ कि जो अक्ल और शऊर के साथ बातों को सुनते हैं, समझते हैं, उस पर गौर करने के बाद फ़ैसला करते हैं। वो कौन सी 2 हस्तियां हैं जिनका कुरान में ज़िक्र है, और एक हस्ती को हुसूर कहा गया है और दूसरी को नहीं कहा गया? वो कौन है? वो किसी बाइबल की फ़िगर की बात हो रही है। भाई, अगर बाइबल की बात हो, फिर दोनों को बाइबल में लेके जाओ। बाइबल में तो दोनों में से किसी को हुसूर नहीं कहा गया। तो बात हो रही है उस लिटरेचर की, उस सोर्स की, जहाँ पे एक को हुसूर कहा, दूसरे को नहीं कहा। अब वो सोर्स वो कुरान है, एक बात। दूसरी बात क्या है? मिर्ज़ा साहब कह रहे हैं कि अल्लाह ताला को रोक दिया। अब अगर ये किस्से झूठे थे मिर्ज़ा साहब के मुताबिक,
جیسے جماعت کے لوگ لوگوں کو دھوکہ دیتے کہ نہیں وہ تو بائبل کے جھوٹے قصے تھے. اگر یہ قصے جھوٹے تھے، آپ ذرا بات پہ غور کیجئے گا، جھوٹے قصے کیسے اللہ کو روک سکتے تھے؟ بتائیں ذرا. یہ آپ نے دو باتوں پہ غور کرنا ہے. اس ہستی کی بات ہو رہی ہے کہ جس کو قرآن میں حضور نہیں کہا اور یحییٰ علیہ السلام کو حضور کہا، اور اس ہستی کی بارے میں کہتے ہیں کہ اللہ تعالیٰ نے ان کو روک دیا تھا، کہ اللہ تعالیٰ نے روک دیا کہ وہ عیسیٰ علیہ السلام کو حضور کا لقب دیں. اچھا، یہاں پہ لوگوں کو دھوکہ کیا دیتے ہیں؟ وہ فلاں نے یہ کہا، ڈمکان نے یہ کہا، اس نے یہ کہا. ہمیں دکھاؤ ذرا کس نے یہ کہا. جو اصل سوال ہے، کس نے یہ کہا کہ عیسیٰ علیہ السلام کو قرآن میں حضور اس لیے نہیں کہا گیا چونکہ کنجریوں سے تیل ملوانا، نعوذ باللہ من ذالک، اور شراب پینا، یہ ان کے بارے میں دو چیزیں تھیں. کس نے کہا یہ؟ تو آپ لوگ یہاں پھر وہ گھمانے والی بات آ جاتی ہے نا کہ جی فلاں نے یہ کہا، فلاں. بھائی ہمارا یہ سوال ہے، جو مرزا صاحب نے یہ بات لکھی ہے کس نے کہی ہے کہ عیسیٰ علیہ السلام کو قرآن میں اللہ نے حضور اس لیے نہیں کہا کہ یہ دو قصے تھے؟ یہ بات کس نے کی ہے؟ اور اگر جیسے آپ جھوٹ بولتے لوگوں میں، جی مرزا صاحب تو بائبل کی فردی مسیح کی بات کر رہے تھے، فلانا نمکانا، تو اللہ کو کیسے روک دیا انہوں نے؟ بائبل کے جھوٹے کسے اللہ کو کیسے روک سکتے ہیں؟ یہ میں نے آپ کو اس حوالے سے صرف ایک بات ثابت کی ہے. کیا بات ثابت کی ہے؟ کہ یہ مرزا ابھی صرف یہ ایک حوالہ ہے. بائی دا وے میں تو بار بار یہ کہہ چکا ہوں کہ بھائی یہ جماعت قادیان کا، مرزا غلام احمد قادیانی کا یہ ذاتی عقیدہ ہے. ذاتی عقیدہ جو میں آپ کو بتا رہا ہوں، یہ مرزا صاحب کا ذاتی عقیدہ ہے. ٹھیک ہے، وہ عقیدہ کیا ہے؟ کہ نعوذ باللہ من ذالک، اللہ کے سچے نبی حضرت عیسیٰ علیہ السلام شراب پیا کرتے تھے اور ان کے یہ تعلقات تھے کنجریوں کے ساتھ. یہ ان کا ذاتی عقیدہ ہے. اگر جماعت احمدیہ سمجھتی ہے کہ غلط ہے تو کرو ڈیبیٹ، لاؤ کسی مربی کو، کرتے ہیں اس پہ ہم ڈیبیٹ. اچھا، اب میں آپ کو بتاتا ہوں کہ مرزا صاحب نے اس قصے پہ حاشیہ آرائی کس طرح کی ہے. یعنی ایک تو آپ کو بتایا کہ قصہ کس کے بارے میں، ٹھیک ہے. اب ذرا دیکھیے گا کہ اس کے بارے میں حاشیہ آرائی دیکھیں ذرا. ملفوظات کی تیسری جلد کا صفحہ نمبر 289. مسیح کو کیا ہوا؟ انجیل نازل ہو رہی ہے، کنجری سے تیل ملوا رہا ہے. نعوذ باللہ من ذالک، نعوذ باللہ من ذالک. اہل ایمان کا دل پھٹ نہیں جاتا اس کو پڑھ کے؟ بتاؤ ذرا، آگے چلیں ذرا. اب دیکھیں یہ ہمیں کیا کہتے ہیں آپ جی، حوالوں کے اوپر نا مرزا صاحب کے حوالے پڑھ کے حاشیہ آرائی کرتے ہیں. مرزا صاحب نے جو حاشیہ آرائی کی اس قصے پہ، ذرا سنیں وہ، یہ دیکھیں ذرا. والیوم نمبر 9 کا پیج نمبر 448. یعنی اس قصے پہ اب مرزا صاحب حاشیہ آرائی کر کے اس کو پیش کریں گے. دیکھ ذرا چیک حاشیہ آرائی کو. کہتے ہیں ایک زانیہ عورت کو یہ موقع دیتا کہ وہ عین جوانی اور حسن کی حالت میں ننگے سر اس سے مل کے بیٹھتی اور نہایت ناز اور نخرہ سے اس کے پاؤں پہ اپنے بال ملتی. اب حاشیے دیکھیں ذرا. اور حرام کاری کے عطر سے اس کے سر پہ مالش کرتی. اگر یسوع کا دل بد خیالات سے پاک ہوتا، اب دیکھ لیں ذرا، کہتے اگر پاک ہوتا، یعنی کیا مطلب؟ پاک نہیں ہے تو وہ ایک کسبی عورت کو نزدیک آنے سے ضرور منع کرتا. مگر ایسے لوگوں کو حرام کار عورتوں کے چھونے سے مزہ آتا ہے. یہ آپ مجھے بتائیں، میں اللہ کا واسطہ دے کے خدا کی قسم آپ کے ساتھ کوئی دشمنی ہمیں احمدیوں نہیں ہے، یہ ہاتھ جوڑ کے سوال کر رہا ہوں آپ سے، یہ حاشیہ آرائی نہیں تو کیا ہے؟ مرزا غلام قادیانی کی عبارت پڑھتے وقت ایک لفظ آگے سے پیچھے ہو جائے، غلطی سے بندے سے ہو جائے، تو یہ لوگ اس کا سر پھاڑنے کو آتے ہیں، اس کا گریبان نوچنے کو آتے ہیں. یہ کیا ہے؟ یہ کیا چیز ہے؟ اچھا، اب یہ بائبل میں لکھا ہوا ہے کہ جن کو مزہ آ رہا تھا، یہ بائبل میں لکھا ہوا ہے. اور کسے کہتے ہیں حاشیہ آرائی؟ آگے دیکھیں ذرا. آگے کہتے ہیں کہ وہ ایسے نفسانی موقع پہ کسی ناسے کی نصیحت بھی نہیں سنا کرتے. دیکھو، یسوع کو ایک غیرت مند بزرگ نے نصیحت کے ارادے سے روکنا چاہا کہ ایسی حرکت کرنا مناسب نہیں ہے. بھئی کیسی حرکت؟ بتائیں نا ذرا، کیسی حرکت؟ آگے دیکھیں. مگر یسوع نے اس کے چہرہ کی ترش روئی سے سمجھ لیا کہ میری اس حرکت سے یہ شخص بیزار ہے. آگے دیکھیں ذرا. تو رندوں کی طرح
یعنی کہتا ہے کہ شراب نوشوں کی طرح، کہتا ہے رندوں کی طرح اعتراض کو باتوں میں ٹال دیا اور دعویٰ کیا کہ یہ کنجری بڑی اخلاص مند ہے، ایسا اخلاص تو تجھ میں بھی نہیں پایا گیا۔ کہتے سبحان اللہ، کیا عمدہ جواب ہے۔ اب میں نے پہلے آپ کو بتایا کہ وہ قصہ مرزا صاحب کس کے بارے میں مانتے ہیں، یہ باتوں میں آپ ذرا تعلق کو جوڑے ذرا۔ یہ جو قصہ ہے نعوذ باللہ، میں نے پہلے حوالے میں کیا دکھایا آپ کو کہ مرزا صاحب یہ قصہ کس کے بارے میں مانتے ہیں؟ ان کے بارے میں مانتے ہیں جن کو قرآن نے حصور نہیں کہا۔ اب وہ کون ہے؟ وہ کوئی فردی فگر ہے؟ بتائیں نا ذرا، وہ فردی بات ہے۔ اور ان کے بارے میں کہا جس کو، اور کہتے ہیں کہ اللہ نے ان کو روک دیا، اور کہتے ہیں ان باتوں روکا اللہ کو کہتے ہیں ان باتوں نے روک دیا۔ آگے چلیں ذرا، تھوڑا اور بھی دیکھ لیتے ہیں۔ یہ دیکھیں والیم 9 کا پیج 449، حاشیہ آرائی کیا ہوتی ہے، ذرا اس کی آپ کیس سٹڈی دیکھیں، ذرا اس کی ٹیکسٹ بک اگزامپل دیکھیں ذرا۔ کہتے ہیں عمر جوان، شراب پینے کی عادت، پھر ایک مجرد اور ایک خوبصورت کسبی عورت سامنے پڑی ہے، جسم کے ساتھ جسم لگا رہی ہے، کیا یہ نیک آدمیوں کا کام ہے؟ اور اس پہ کیا دلیل ہے کہ اس کسبی کے چھونے سے یسوع کی شہوت نے جنبش نہیں کی تھی؟ سنتے جائیے گا ذرا۔ افسوس کہ یسوع کو یہ بھی میسر نہیں تھا کہ اس فاسقہ پر نظر ڈالنے کے بعد اپنی کسی بیوی سے صحبت کر لیتا۔ یہ دیکھ لیں ذرا، یہ صرف ہم آپ کو دیکھ کے باہر گرے ہوئے چند چاول دکھا رہے ہیں، دیکھ کے باہر گرے ہوئے، دیکھ کے اندر کیا وہ تو آپ سوچے بھی نہ، وہ تو ہم اس ڈیبیٹ میں ہی آپ کو دکھائیں گے جب ان کے اس کے اوپر ہوگے ہمارے ان کے آفیشیل لوگوں کے ساتھ۔ آپ مجھے ایک بات بتائیں اب ذرا، یہ لوگوں کو تانا دیتے ہیں کہ جی مرزا صاحب کی عبارتوں سے نا آپ اپنا مطلب نکالتے ہیں۔ یہ مرزا صاحب نے مطلب کس کا نکالا ہے؟ عیسائیوں کے، اگر آپ یہ کہتے ہو جی کہ عیسائیوں کی کتابوں میں لکھا، عیسائیوں کی کتابوں میں جو کچھ لکھا ہوا ہے اس سے وہ یہ مطلب نکالتے ہیں۔ یہ مطلب کون نکال رہا ہے؟ یعنی مرزا صاحب کو حق ہے کہ وہ دیگر مذاہب کے وہ لوگ کہ جن کے ان کے یہاں احترام ہے ان کے بارے میں یہ زبان استعمال کریں اور ان کی کتابوں کی عبارتوں سے جو مرضی مطلب نکال، ان کو آزادی ہے۔ یار کون سے پیمانے آپ لوگوں کے؟ اور مرزا غلام قادیانی کی کہتے ہو آپ، لمبی بات تو چھوڑ دیں، میں وہ آپ کے سامنے پلے کر دیتا ہوں کلپ، یہ ذرا سن لیں آپ۔ مرزا غلام قادیانی کے بارے میں کہتے ہیں کہ اس کی ڈیٹ آف برتھ جاننے کے لیے بھی مرزا کی ساری کتابیں پڑھو۔ یہ سنیں ذرا، یہ میں آپ کے سامنے اس کو پلے کرتا ہوں ذرا، آئی ہوپ کہ میرے پاس یہاں پہ سیو ہے۔ ہاں یہ دیکھیں ذرا۔ اچھا ایک سوال لے لو پلیز۔ ہاں جی سوال، جی بتا دیں دیکھیں، سوال کیا آپ نے کہا کہ روحانی خزائن عین اسلامی، سارا کچھ جو لکھا ہے اسلامی ہے اور قرآن ٹھیک کے ہے۔ مطابق لکھا ہے۔ مرزا غلام احمد قادیانی صاحب کی طریقے اچھا اب ذرا ان کی عقل دیکھیں، کہتے ہیں سارا کچھ جو کچھ ہے اسلامی ہے اور اسلامی اور قرآن کے مطابق لکھا ہے۔ تو مرزا صاحب نے جو لکھا روحانی خزائن کی جلد 1 میں کہ عیسیٰ علیہ السلام آسمانوں سے نازل ہوں گے، وہ بھی اسلامی ہے؟ ابھی بس ختم ہو جائیں یہاں پہ آگے، بس بات تو کر دی ہے لیکن جیسے ہی بات پیش کرو گریبان سے پکڑ کے حوالہ مانگ لو، ختم۔ داعش جو روحانی خزائن میں جو مرزا صاحب نے لکھی ہے کیا وہ ٹھیک ہے؟ جی بالکل ٹھیک ہے، سارا کچھ جو لکھا ہے ٹھیک لکھا ہے۔ 39-40 اب وہ کہہ رہا ہے، عثمان بھائی یہ کہہ رہے ہیں کہ مرزا صاحب نے جو اپنی پیدائش لکھی ہے روحانی خزائن میں، چونکہ اس نے کہا کہ جو کچھ لکھا ہے ٹھیک ہے، تو اس نے انہوں نے کہا کہ وہ ٹھیک ہے، اور مرزا صاحب نے متعین کر کے لکھی ہے 1839 1840۔ اب سنیے گا 1839-40 یہ بالکل ٹھیک ہے۔ 1835 ان کی تاریخ پیدائش۔ نہیں مرزا صاحب نے کیا بتائی ہے؟ وہ مرزا صاحب نے پورے روحانی خزائن میں کہیں لکھی 1835، وہ کیا لکھتے ہیں 1839-40 بتائے نا جو مرزا صاحب نے بتائی ہے۔ یہ 1835 ہے ان کی تاریخ پیدائش ہے۔ ابھی کیا کہہ رہا تھا کہ روحانی خزائن میں جو کچھ لکھا ہوا ہے سب اسلامی ہے، سب قرآن کے مطابق ہے، سب کو مانتے ہیں۔ اب کیا ہوا؟ چلیے کیا وہ ٹھیک مننا کہ نہ مننا؟ میں کہہ رہا ہوں 1835 ان کی درست تاریخ پیدائش۔ نہیں مرزا صاحب نے جو بتایا وہ بتایا نا، مرزا صاحب نے کیا بتائی ہے؟ یہی بتایا ہے انہوں نے۔ نہیں ان کی بالکل جھوٹ بول رہے ہیں۔ ایک حوالہ اب دیکھیں نا، یہ ہے جھوٹے لوگ، ایک حوالہ پیش کر دے جس میں مرزا صاحب نے کہا ہو کہ میری تاریخ پیدائش 1835 ہے، بتائیں ذرا، اور 39-40 کا ہم دکھا دیتے ہیں۔ آپ کرو پیش ذرا۔ تحریرات سے ہی یہ ثابت ہوتا ہے، یہی ثابت ہوتا ہے بھئی، یہ ایک الگ بحث ہے، لمبی بحث ہے، وہ کرنی ہے تو کر لیں۔ نہیں میں بحث نہیں کر رہا، صرف میں
لمبی بحث کر لیں تو کر لیں، آپ کو پتہ ہی نہیں ہے مرزا صاحب اپنے الہاموں کے ساتھ یہ ڈیٹ ثابت کر کے گئے ہیں۔ 1839-40 کی تاریخ پیدائش کو مرزا صاحب نے اپنے الہاموں سے ثابت کیا ہوا ہے۔ تحقیق کے لیے پھرتے ہو ہاں تم، تو اس پر تحقیق موجود ہے نا، وہ MD.org پر پڑی ہوئی ہے۔ یہ کہتے تحقیق موجود ہے۔ میں نے احمدیہ آفیشلز کو کہا تھا، میں شاید وہ کلپ بھی اپلوڈ کر دوں گا، میں نے کہا تھا کہ جو تحقیق آپ کے پاس موجود ہے لے آؤ، ہم بھی اپنی تحقیق لے آتے ہیں، لوگ فیصلہ کر لیں گے کہ تحقیق کس کو کہتے ہیں اور جھوٹ فراڈ کس کو کہتے ہیں، گمانا کس کو کہتے ہیں۔ کون سی تحقیق آپ کے پاس ہے؟ اپنی جماعت سے ذرا کہیں، ہاں ہے کسی میں ہمت وہ تحقیق لے کے آنے کی ہمارے سامنے؟ اس بات کو کیے ہوئے تقریباً 3 سال ہو گئے ہیں۔ میں نے کہا کہ جو تحقیق جماعت نے کی سامنے لے کے آؤ۔ ان کی کتابوں سے ہی ثابت ہوتا ہے کہ آپ کی تاریخ پیدائش 1835 تھی، پھر گھر سے فون آ گیا ہے وہ تھے وہ بیٹے منو گے نا کہ مرزا صاحب نے 1839 اپنی دسی ہوئی ہے، وہ بھائی سارا کچھ لکھا ہوا ہے، لیکن ساری عبارات کو دیکھنا پڑتا ہے نا، ہزاروں صفحات میں انہوں نے مختلف جگہ پر مختلف بات لکھی ہے، اس سے نتیجہ یہ نکلتا ہے کہ آپ کی تاریخ پیدائش 1835 تھی۔ اندازہ کریں ذرا، کہتے ہیں مرزا صاحب کی صرف تاریخ پیدائش جاننے کے لیے ان کے ہزاروں صفحات ساری کتابیں پڑھیں پہلے۔ اور علماء کے بارے میں کیا کرتے ہیں؟ ایک پرچی، ہر بندہ ایک پرچی اٹھا کے، اور کوئی تمہارے سٹینڈرڈ ہیں؟ تم لوگ دعویٰ کرتے ہو علمی نوعیت کی بات کرنے کا۔ یعنی میں سوچنے والوں کو ایک سے سوال دے رہا ہوں، کہتے ہیں مرزا غلام قادیانی کی ڈیٹ آف برتھ کیا ہے؟ اس کے لیے کہتے ہیں مرزا صاحب کی ساری کتابیں پڑھو پہلے۔ اچھا آپ کا ایک اور بات بتاتا ہوں ذرا، بڑی اہم بات کرنے چلا ہوں۔ مرزا صاحب کی موت تک مرزا صاحب کی ڈیٹ آف برتھ کے بارے میں کوئی بحث نہیں تھی۔ پہلے خلیفہ نے ان کی ڈیٹ آف برتھ یہی لکھی ہے جو مرزا صاحب نے پیش کی ہوئی ہے۔ مرزا صاحب نے خود اپنی ڈیٹ آف، اور مرزا صاحب کی زندگی میں کبھی یہ بات نہیں ہوئی ہے۔ اور بھائی اب سیدھی سی بات ہے، مرزا صاحب اپنی عمر بتا گئے ہیں 80 سال کے قریب میری عمر ہوگی، اور مرزا صاحب چلے گئے 69 سال کی عمر میں۔ اب سیدھی سی بات ہے نا، آپ کا مسئلہ بن گیا۔ آپ نے تمام اس کے بعد یہ فراڈ کیا ڈیٹ آف برتھ والا۔ 1832 تک تم تو لوگ لے کے گئے ہو، سیرت المادی کے مطابق 1832 تک تم اس کو کھینچ کے لے کے گئے ہو۔ اچھا میں آپ کو یہاں پہ نا ایک بتاتا ہوں لطیفے کی بات، یہ ذرا سنیے گا بات آپ۔ مرزا صاحب نے ایک عجیب و غریب بات میں آپ کو بتانا چلا ہوں، اس حوالے سے ذرا اس کو انجوائے کریں بات کو آپ، اور یہ علمی طور پہ نا، یہ علمی نقد ہم ان کے اوپر کر رہے ہیں۔ دیکھیں ذرا، مرزا صاحب نے کہا ہے کہ میرے اوپر الہام کا دروازہ 40 سال کی عمر میں کھلا۔ یہ آپ نے پہلا پوائنٹ یاد رکھنا ہے کہ میرے اوپر، وہ کہتے ہیں الہام کا جو دروازہ ہے وہ 40 سال کی عمر میں کھلا۔ یہ آپ نے پہلا پوائنٹ یاد رکھنا ہے، ٹھیک ہو گیا؟ اب آتے ہیں دوسرے پوائنٹ پہ۔ مرزا صاحب نے کہا کہ 1857 میں میری عمر 16 یا 17 برس تھی، ٹھیک ہو گیا؟ یہ دوسری بات یاد رکھیے گا، کہتے ہیں 1857 میں کتنی عمر تھی میری؟ 16 یا 17 برس۔ اب آپ مجھے بتائیں میتھ کی روح سے کہ اگر 1857 میں وہ کہتے ہیں کہ میری عمر 16-17 برس تھی، تو 1865 میں کتنی بنتی ہے؟ 67، 1 2 3 اور اس میں 8 سال ایڈ کر دیں، 17 اور 8 کتنے بن گئے؟ 25 سال بن گئے نا۔ یعنی 1865 میں مرزا غلام قادیانی کی کتنی عمر بنتی ہے؟ 25 سال۔ لیکن مرزا غلام قادیانی کو کہتے ہیں یہ پہلا الہام ہوتا 1865 میں۔ اب مجھے بتائیں ذرا، اور یہ وہ تھا یہ والا عمر والا کہ آپ کی جو عمر ہے جناب وہ 80 برس کے قریب ہوگی۔ اب مجھے بتائیں کہ ایک بندہ جو 1857 میں، نوٹ کریں بات کو، ایک آدمی جو 1857 میں 16-17 برس کا ہے، وہ 1865 میں 40 کا کیسے ہو گیا؟ یہ قادیانیت ہے، یہ ٹوٹل قادیانیت ہے۔ اور کہتے ہیں اس بات کو سمجھنے کے لیے ہزاروں صفحات پڑھو۔ آپ یہ صرف آپ 3 باتیں جو میں نے آپ کو 3 باتیں بتائی ہے نا، پوری قادیانیت کو چیلنج ہے کہ ان 3 باتوں کو کرے چیلنج۔ نمبر 1، مرزا غلام قادیانی نے کہا 1857 میں کہتا ہے میری عمر 16 یا 17 برس تھی، ایک بات۔ دوسری بات کہتا ہے الہام کا دروازہ مجھ پہ تب کھلا جب میری عمر 40 برس تھی۔ اور جماعت قادیان نے تذکرہ کے اندر مرزا غلام قادیانی کا جو عمر والا الہام ہے اس کو کس ڈیٹ میں ڈالا ہے؟ 1865 میں۔ کیا اب جو بندہ 1857 میں 17 برس کا تھا وہ 1865 میں 40 کا کیسے ہو گیا؟ اور آگے سے جواب کیا ہے؟ ساری کتابیں پڑھو، 2 صفحے پہلے 2 بعد والے پڑھو۔
جتنے مرضی صفحے پڑھ لو، جھوٹ جھوٹ ہی ہوتا ہے، ٹھیک ہے. اور جس تحقیق کی تم نے بات کی ہے نا کہ جماعت نے تحقیق کی ہوئی ہے، وہ تحقیق لے کے وہ جیسے ہمارے کہتے شمس الدین بھائی کہتے ہوتے ہیں کٹا تحقیق کی ہے، وہ تحقیق لے وہ کہو نا کسی کو تحقیق لے کے آئیں. ٹرو اسلام یو کے پہ لوگ تمہارے بیٹھتے ہیں نا، انہیں کہو وہ تحقیق لے کے آ جاؤ، ہم بھی اپنی تحقیق لے کے آ جاتے ہیں، آؤ علمی مکالمہ کر لیتے ہیں. ہمارا تو دعویٰ یہ ہے کہ جو مرزا صاحب نے اپنی ڈیٹ آف برتھ یہ بتائی نا کہ 1839-40، ہم اس کو مرزا صاحب کے الہام سے ثابت کر دیں گے. اور اس ڈیٹ آف برتھ کا مرزا صاحب کے الہام سے ثابت ہونے کا مطلب جانتے ہو کیا ہے؟ کہ اگر مرزا صاحب 1840 میں پیدا ہوتے ہیں اور یہ تو کنفرم ہے کہ 1908 میں فوت ہو گئے، ان کی عمر بنتی ہے 69 سال. اور اگر تم یہ شمسی قمری والے چکر بھی چلا لو تو کتنی بنے گی؟ اس میں 3 سال ایڈ کر لو، بلکہ 2.5 بنتے ہیں، 2.5 اس میں ایڈ کر دو آپ، تو کتنی بن جائے گی؟ 70 71 71.5 یا 72 بن جائے گی. 80 سال کے قریب ہونی تھی، 80 سال کے قریب. اور پتہ کم از کم کتنی ہے منیمم مرزا صاحب کی جو عمر بنتی ہے وہ آپ جانتے ہیں کیا ہے؟ کم از کم 74 سال ہونی چاہیے، کم از کم، وہ بھی نہیں بنے گی. اور ایک اور آپ کو بات بتا دوں، یہ مرزا صاحب کی جو ہم عمر کی بات کرتے ہیں نا، یہ ہم ایسے نہیں کرتے، یہ سر سنیں بات سب لوگ. مرزا صاحب نے کہا کہ جو آنے والی نسلیں ہیں یعنی ہم لوگ، ان کو مرزا صاحب کے جھوٹ یا کذب یا سچائی ماپنے کا پیمانہ کیا ہوگا؟ ان کی عمر. مرزا صاحب نے اپنی 80 سال کی عمر کے بارے میں یہ دعویٰ کیا تھا کہ اس عمر کے ذریعے کہ ان کا خدا مرزا صاحب کی عمر 80 سال کر کے ان کا صدق ثابت کرے گا. تو جب یہ ثابت ہو جائے گا 80 نہیں ہوئی تو اس سے کیا ثابت ہوا؟ جھوٹے تھے، اپنے معیار کے مطابق جھوٹے تھے. اچھا، اس میں ایک اور بات بھی دیکھ لیں آپ ذرا. کہتے جی مرزا صاحب کو نا اپنی ڈیٹ آف برتھ کے بارے میں غلطی لگی ہوئی تھی. اچھا، تو مرزا صاحب کا جو دعویٰ ہے کہ وہ اگر غلطی کر دیں تو غلطی پہ ایک لمحے کے لیے بھی، پلک جھپکنے کے لیے بھی غلطی پہ قائم نہیں رہتے. مرزا صاحب نے دعویٰ کیا کہ اگر میں کوئی ایسی بات لکھوں جو غلط ہو، خدا مجھے روک دیتا ہے. اب بتاؤ، ساری زندگی غلط لکھتے رہے ہیں، کس کس بات کو تم سنبھالو گے؟ کہاں کہاں تم پنکچر لگاؤ گے؟ کہاں کہاں جا کے تم پنکچر لگاؤ گے؟ بہرحال انشاءاللہ اللہ تعالیٰ سے ہمیں امید بھی ہے اور اللہ تعالیٰ سے ہماری دعا بھی ہے کہ انشاءاللہ یہ چیزیں ایک عام احمدی کے آنکھیں کھولنے کا اللہ پاک ان کو ذریعہ بنائیں، اور ان کو اس رمضان کے مہینے میں ان کو اس کفر سے نکل کے اسلام واپسی کی توفیق عطا فرمائیں. اور جو آج مناظرے کے حوالے سے بات ہوئی ہے، چونکہ ہماری طرف سے تو ڈیٹ ٹائم طے ہے، انشاءاللہ ہم یہاں پہ اس ڈیٹ اور ٹائم کے مطابق یہاں پہ آ کے بیٹھیں گے اور اپنی لائیو لگائیں گے. چونکہ ہوسٹ ٹو ہوسٹ ڈیبیٹ ہے تو جو تشریف وہ لائیں گے تو مناظرہ ہوگا، ٹھیک ہے. چونکہ ہم یہ بھی نہیں کرنے دیں گے کہ آپ کہیں کہ جناب وہ دیکھیں جی وہ ایسے ہو گیا تھا، ہم تو بیٹھے ہوئے، ہم آ کے یہاں پہ بیٹھیں گے اور جو آپ دعویٰ کر کے گئے ہیں نا اس کو آپ نے ثابت کرنا ہے. اور جو آپ آج تقلید شخصی کے حوالے سے دعویٰ کر کے گئے ہیں، آپ بڑے دعوے کرتے جی میں نے اتنی 1000 کتابیں یہاں پہ اپلوڈ کر دی ہے، میں نے ایسے جناب یہ دیکھے میں نے سرچیبل ایسے بنا دیا ہے. ان ساری کتابوں میں سے، ان سارے اپنے سرچیبل انجن میں سے یہ حوالہ نکال کے لائیں ذرا کہ تقلید شخصی کی جو تعریف آپ نے کی ہے اس پہ اجماع امت ہے، یہ آپ نے نکال کے لانا ہے. اور ٹائم جتنا مرضی لے لیں، کیونکہ جھوٹ ہمیشہ جھوٹ ہی رہے گا. اللہ تعالیٰ سب کو بھی جزا خیر عطا فرمائے. جب بھی محفل لگتی ہے آپ لوگ آتے ہیں بیٹھتے ہیں، میں سب کا مشکور ہوں. اور انشاءاللہ یہ تمام ریکارڈنگ جو ہے وہ دی ڈائیلاگ ود امتیاز اور عدنان نشید چینل پہ موجود ہے، یوٹیوب پہ بھی، وہاں پہ لائیو بھی جا رہی ہے، تو انشاءاللہ اس کو آپ وہاں پہ بھی دیکھ سکتے ہیں. اللہ تعالیٰ ہم سب کو پورے اخلاص کے ساتھ اس مبارک محنت کو کرنے کی توفیق عطا فرمائے. اللہ ہمارے درست کو اپنے دربار میں قبول فرمائے اور ہمارے جو غلطیاں اللہ باپ میں اس پہ معاف فرمائیں جی. سب کا ونس اگین بہت شکریہ. السلام علیکم ورحمۃ اللہ وبرکاتہ. وعلیکم السلام ورحمۃ اللہ. اچھا یار جی 35 کی بات سنو، میں حدیث کے اندر ایران کے الفاظ تو نہیں ہے، حدیث کے اندر الفاظ تھے خوز اور کرمان، تو وہ میں نے چیک کیا ہے کہ یہ وہاں تہران سے کتنی دور ہے. یہ والا جو انسیڈنٹ ہو رہا ہے یہ ہو رہا ہے تہران کے اندر، اور ان کا ڈسٹینس اتنا زیادہ ہے وہاں سے کہ 700 سے 800 کلومیٹر ہے نا، مطلب کئی میل اگر سفر کریں 9 سے 10 گھنٹے لگیں گے. مگر یہ دو جو شہر ہیں یہ
तेल के लिए इतने ज़्यादा अहम है ना, यहाँ पे तेल सबसे ज़्यादा उसकी पैदावार हो रही है, उस मामले में बड़े अहम है। सर तो वो उस ये वक्त नबी पाक के ज़माने के अंदर ना इतना फासला नहीं था, इसलिए नबी पाक हाँ हाँ जी, उस वक्त ज़मीन बाद में चेंज हो रही है ना ऐसा ऐसा सर। हम्म, 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 कहते हूँ हम्म। उस वक्त इतना इतना अगर ज़्यादा 91 पढ़ेंगे उसमें तुर्की का भी जिक्र आ रहा है। बहुत आला, नहीं, मैं यार पढ़ ही देता हूँ। बहुत ठहरें, ये आपने जो बताई 35-91 हद्दसना अली बिन अब्दुल्ला हद्दसना सुफियान काला काला इस्माइल अखबर निकैस काला आतिन अबू हुरैरा एलो रजी अच्छा अल्लाह ताला। हाँ और मज़े की बात है, मज़े की बात है, खोज और जो करमान है वो कह रहे हैं एक तो तेल के लिए बड़ी अहम है, दूसरा अरबी बोलने वाले अफराद की बड़ी तादाद यहाँ रहती है। जी ले लो। ये आपने खुद ही हिसाब लगा लिया। अब सर इसके अंदर तो कोई ईरान वगैरह का आपने जो हदीस 35-91 बताई है उसमें लिखा है कि अबू हुरैरा रज़ी अल्लाह ने फरमाया कि रसूल अल्लाह की सोबत में 3 साल रहा हूँ, अपनी पूरी उम्र में मुझे हदीस याद करने का इतना शौक कभी नहीं जितना इन 3 सालों में था। मैंने नबी पाक सल्लम को फरमाते हुए सुना, आपने इन हाथों से यूं इशारा कर फरमाया क़यामत के करीब तुम लोग एक ऐसी कौम से जंग करोगे जिनके जूते बालों के होंगे, मुराद यही ईरानी हैं। आगे उन्होंने खुद ही ईरानी डाल दिया अंदर। नहीं वो सिटीज़ के नाम से ना वो ईरान के अंदर आते हैं, पर वो अब आदिल के अकॉर्डिंगली ये इंसिडेंट हो रहा है तेहरान के अंदर, जी और तेहरान इनका मेरा ख्याल कैपिटल है ना। जी हाँ। नाजरीन, ईरान ने हक से लबरेज मिसाइलों से इसराइल पर जवाबी वार कर दिया है, जिससे इसराइल के कई फौजी यार वसाइल इंडियन मीडिया कैसा एंजॉय कर रहा है, देखो जरा। हाँ जी तो ड्रामेबाज हैं। अभी उन्होंने एक ने ईरान की वर्दी पहन लेनी है, एक ने अमेरिका की एंकर ने। हाँ, उनके शिप्स पर भी अमेरिका और इजराइल ने मिलकर जॉइंट ऑपरेशन के तस्वीरों में आप देख सकते हैं कि ईरान के जो शिप्स हैं उनमें से धुएं का गुबार बाहर निकलता हुआ, और ईरान की तरफ से दावा किया जा रहा है कि उन्होंने सदर्न इलाकों में अमेरिका और इजराइल ने ईरान के सदर्न इलाकों के अंदर उनकी नेवी के कई शिप्स पर बड़े अटैक्स किए हैं, जिसमें ईरान की नेवी को भारी नुकसान भी हुआ है। तो ये जो तस्वीरें जारी की और हमारे साथ रोहित मना कर दिया तो इसका बेटा आर्मी में था, वो वहां से टैंक ही लेके आ यार, ये जितना मर्जी तेल लगा लें डोनाल्ड ट्रंप वगैरह, इसराइल और ये नस्ल बनु उमैया, ये कुछ नहीं कर सकते ईरान का। यार मुझे तो वहाँ पे कुछ नहीं होना, ये भी मुझे पता है, पर मुझे अभी जो वहाँ के लोगों की जो लाइफ अल्लाह करे सेटल हो जाए, पिछले 3 महीनों में 40 से 50 हज़ार बंदा मार दिया अपना खुद ही। इतनी शेमफुल बात है सर यार, ये अली इतनी भाई सऊदी शेमफुल अरब ने भी बात है। हमला कर दिया यमन की जो शिपें हैं उन पर। कोई बात नहीं, कोई बात नहीं। आप सऊदी को देखा, हम ईरान को देख रहे हैं। खैर मना लो, हम जो है ना अभी क्या नाम है पावर में आने वाले हैं सुन्नी। बड़ी बुरी तरह डेग के आया शाहरुख नुते ले लियो। ट्रम्प हमारे साथ है, हमारी कंट्री को नहीं होता कुछ। हाँ नहीं वो ये तो आपस में लड़ेंगे ना, ट्रम्प और ईरान। एक ही थे पहले, एक ही जगह जो है वो चुगते थे। सर मैं बता रहा हूँ 15 अरब का बजट और एक साइड पे 895 अरब, यार क्या कैसे लड़ेंगे यार, कैसे लड़ सकते हैं। इनका वो क्या है B18 कौन सा प्ले, वो एक ही नहीं मान यार। सर वो एक जज्बा ईमानी, कुव्वत ईमानी मौला अली के मानने वाले हैं सर। अच्छा, वो उस तरह से जिंदा रहेंगे वो फाइट नहीं कर सकते यार। सर वो देखा था कितनी बड़ी फौज लेके मरहब आया था, हज़रत अली ने अकेले गिरा दिया था सबको खैबर के अंदर। ये भी उन्हीं के पैरोकार है ना, ये भी इंशाल्लाह ले दे जाएंगे डोनाल्ड ट्रंप को, थोड़ा वेट कीजिए। कहानियों में ऐसा ही होता है, 93 भी पढ़े होती है ना, अली अकबर इनको मरवाएगा। कहानियां ऐसी होती हैं, कहानियां जीतने वाले लिखते हैं, ठीक है, तो कहानियों में ऐसे ही होता है। रियल में देख रहे हैं ना हम। पाकिस्तान और अफगानिस्तान की जंग भी बड़ी तेज से जारी है। वो तो बॉसेस के कहने पे लगी है, बॉसेस की हाथ है पीछे, अच्छी होगी वो भी। मोहम्मद अहमद भाई रसूलुल्लाह सल्लल्लाहु अलैहि वसल्लम को ये फरमाते सुना था कि तुम यहूदियों से एक जंग करोगे और उसमें इन पर गालब आ जाओगे। अच्छा
ये पता नहीं किस दौर वाह का। भाई वाह, वाह भाई वाह। ਤੇ ਉਹ ਕੌਣ ਗਲਬ ਆਏਗਾ? ਸਾਡਾ ਤੇ ਹਰਾਮ ਹੋਇਆ ਪਿਆ ਯਾਦ। ये महज पाकिस्तान नहीं बल्कि पूरी दुनिया इससे लरज उठेगी। हाइड्रोजन बम दुनिया का सबसे ताकतवर न्यूक्लियर हथियार है। ये वो बम है जो हिरोशिमा और नागासाकी पर गिरे एटम बम से 1000 गुना ज्यादा ਲੋ ਜੀ ਅਲੀ ਭਾਈ, ਸਵਾਲ ਆ ਗਿਆ ਤੁਹਾਡੇ ਲਈ ਥੱਲੇ। ਉਹ ਕਹਿ ਰਹੇ ਨੇ अगर इतने ही दिलेर थे मौला अली तो जब खालिद बिन वलीद ने उनको रस्सियों से बांध कर घसीटा तब ताकत कहाँ थी? दें अब जवाब। नो कमेंट। और ये झूठ है सारा, ये झूठ है, ये ऐसे ही ना अपनी तरफ से कही जा रहे हैं, ऐसा कोई काफिला नहीं हो, ये झूठी तारीख लिखी पड़ी जा रहे हैं। यार वैसे ये मेरा जिसने नीचे मेरा सवाल किया इत्तेफाक इसको हुआ। कहें कि अपना भंग बोसड़ा उठाए और नस जाए यहाँ से। वैसे मैंने एक किताब एक न्यूट्रल बंदी ने लिखी इस्लाम के बाद वाक़यात की, वो गोरी है ना लेस्ली साहिबा, वो किताब पढ़ के तो मतलब हज़रत अली एक सच अ नाइस पर्सन, बहुत ही हम्बल पर्सनैलिटी वाले, पर बिल्कुल नहीं लगता यार वो लड़ सकते थे या कोई फाइट वाली कोई बात थी, कोई ताकत थी। बहुत एक अच्छे पॉलिटिशियन नहीं थे वो। इंसान कमाल के थे पर पॉलिटिशियन अच्छे नहीं थे वो उनके साथ बड़ी ज़्यादती हुई, बड़ी हर मौके पे वो बंदा खुश दिली से कह लो या मतलब ना अब ज़्यादती सहता रहा है। रसूलुल्लाह सल्लल्लाहु अलैहि वसल्लम से लेके वफ़ात के बाद से लेके अपनी वफ़ात तक हर चीज़ उजाड़ के हाथ में पकड़ाई उनके, और वो चूँकि उतने स्किलफुल नहीं थे तो वो सर्वाइव ही नहीं कर पाए। जी अच्छा, ये एक हदीस सही है। जी जी, बोलिए बोलिए बोलिए, आप क्या कह रहे थे? सही पॉलिटिशियन जो थे कमाल के, इंसान पता नहीं कैसे थे, पर पॉलिटिक्स जो करने वाले या कंट्री चलाने वाले वो थे ज़मीर मुआविया। सर चिड़ी नहीं हिलने दी उन्होंने इक़्तिदार जी पे आने के बाद। हाँ जी। अच्छा, ये एक हदीस है ताली मार जाए। 3593, इसमें लिखा हुआ है कि हज़रत अब्दुल्ला बिन उमर ने खबर दी, रज़ी अल्लाह ने बयान किया कि मैं रसूलुल्लाह सल्लल्लाहु अलैहि वसल्लम को ये फाते हुए सुना था कि तुम यहूदियों से एक जंग करोगे और उसमें उन पर गालिब आ जाओगे। यानी मतलब हिटलर के लिए, क्योंकि हिटलर गालिब आया था ना यहूदी, उसने मारा था ना यहूदियों को। तो ये हदीस तो हिटलर के लिए है माशाल्लाह जी, कि ये फरमाते हुए सुना था कि तुम यहूदियों से एक जंग करोगे और उस दिन और उसमें उन पर गालिब आ जाओगे। इस वक्त ये कैफियत होगी कि अगर कोई यहूदी जान बचाने के लिए किसी पहाड़ में भी छुप जाएगा तो पत्थर बोलेगा कि ए मुसलमान, ये यहूदी मेरी आड़ में छुपा हुआ, इसे कत्ल कर दे। पता नहीं केड़ी केड़ी हदीसां ने बयान कर छड़ी है, कोई मुंह सिर नहीं हदीसां दा। इसकी तवील करे ना अच्छी सी, महल निकला ना इसका जी तवील करे ना इसकी, हल निकल आएगा कोई। तवील के जंगल में कुछ भी पॉसिबल है, पता है, कुछ भी जो फिर मर्जी बना लो। सही बात है, सारे उतारने के बारे में हदीसें हैं बस। मार दियो, वड दियो, ਇੱਥੇ ਫੌਜਾਂ ਚੜ ਗਈਆਂ, ਉੱਥੇ ਚੜ ਗਈਆਂ, ਉੱਥੇ ਕਬਜ਼ਾ ਕਰ ਲਿਆ, ਇੰਜ ਫਤਹ ਕਰ, ਇੱਕੋ ਹੀ ਇਹੀ ਗੱਲਾਂ ਹਦੀਸ 'ਚ ਲਿਖੀਆਂ ਹੋਈਆਂ। हाँ सही है, और हकीकत बात है, जो जब इंसान बन रहा है तब उसके बारे में कहा जा रहा है अल्लाह मियाँ फसादी है ना कर। और इंसान की तारीख जितनी भी इंसान के पास अब तक है, इंसान का सर्वाइवल रहा ही ऐसे है, मार के ताकत हासिल करके लड़ के। जितना मर्जी पीछे चले जाओ, ये सिर्फ और सिर्फ एक दूसरे को मार रहे हैं, और अभी भी यही सिलसिला जारी है। बिल्कुल। तो इसमें पेशन गोइयाँ ये वो सारे पुराने एक्सपीरियंस को देखते हुए लोग कर देते थे प्रेडिक्शन, ठीक है, और आज भी लोग कर रहे हैं प्रेडिक्शन कि ऐसे हो जाएगा, ऐसे हो जाएगा, ये करेंगे वो करेंगे, और बड़ी हद तक ठीक हो जाती हैं बातें। राना कदीर साहब आए हैं। अस्सलाम वालेकुम राना साहिब। पाकिस्तानी जंगी जहाज इंडिया पर हमला करते, टारगेट हिट करते। फिर बांग्लादेश फॉरेन ऑफिस के जो तर्जुमान है ताहिर अंद्रावी, उन्होंने कहा कि पाकिस्तान ईरान के खिलाफ अपनी सरजमीन और फिजा इस्तेमाल ना होने देने के मौक़िफ़ के ऊपर जो है ये किसने खबरें लगाई हुई हैं? मैंने कौन सा चैनल लगाया हुआ है? कोई वहाबियों का? नहीं, वो शिया का, वो मंसूर अली खान शिया बयान कर रहा है। मंसूर अली खान को जानते हैं? हाँ जी हाँ जी हाँ जी। वो शिया है, पता है आपको? हाँ जी अल्हम्दुलिल्लाह। हाँ मैं शिया के जो अंदर छोटी सी भी जो गलगूजी होती है ना, उसको भी जानता हूँ अल्लाह के हुक्म से, अल्लाह के फजल से। ये बीमार है, इनके अंदर बीमारी है,
अल्लाह ने इनकी बीमारी और बढ़ा दी। आप शुरू दिन से आले रसूल के खिलाफ हैं, कोई फायदा आप लोगों को हुआ है? यार आले रसूल के तो हम खिलाफ नहीं है, आले रसूल के दुश्मन यही हैं। नहीं नहीं, ये नहीं है यार, ये गलत है। कैसे नहीं है, ये वो खवारज है। आप लोगों ने सबसे पहले खिलाफत पे कब्जा किया, आपने शुरू दिन से इन लोगों से जंग मोल ली हुई है और आज तक आप ऐसे लड़ते आ रहे हैं। कुछ आज तक आपने बिगाड़ा भी इनका है। वो अपने हालांकि बेचारे साइड पे बैठे होते हैं, चुप करके अपना मातम करते हैं, मजलिसें करते हैं, अल्लाह अल्लाह करते हैं। आप लोगों ने अल्लाह अल्लाह कहाँ अल्लाह अल्लाह करते हैं, अली अली करते हैं, अल्लाह अल्लाह क्या करते हैं यार, ये क्यों झूठ अली अकबर मत बोलो तो यार। अली क्या भी अल्लाह का ही सिफाती अली, नाम है। हाँ नहीं नहीं नहीं, वो तो नहीं है ना, वो उनको तो पुकारते नहीं, अल्लाह का नाम वाला अली तो नहीं पुकारते ना वे। आयतल कुर्सी में अली आता नहीं है, अली अजीम यार अल्लाह का सिफाती नाम है। हाँ ये मैंने शिया से सुना था, अली देखो अली अली अजीम बड़ा, अली बहुत बड़ा है। नहीं नहीं, बहन जो अल्लाह का सिफाती नाम है ये। तो जाकिर जो है वो क्या बयान करते हैं, उनको कैसे धोखा देते हैं। देखो आयतल कुर्सी में लिखा हुआ है अली। है नहीं है अली नजीम, हाँ ना। तो फिर फिर नीचे से शिया क्या कहते हैं, वाह 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 वाह, आया 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 आया। नहीं नहीं, अली अल्लाह अली अल्लाह अली अल्लाह, अली हक अली हक। भाई ये जो ट्रम्प है ये बनु उमैया से लगता है, इनने वो पुरानी खानदानी दुश्मनी के लिए ना इसने ईरान पे हमला किया है। हाँ जी बिल्कुल, मैं भी वही इसका भी वही चेक कर रहा हूँ खोल के कि इसका कोई मेरे ख्याल बायोडाटा मिलता है इसको, क्योंकि जो इसकी अम्मी थी ना, इसकी जो अम्मी है ना डोनाल्ड ट्रंप की, उसका वो यहाँ से अल्बानिया से गई है। जरा थोड़ा सा मैं आपको डिटेल बता दूं, वो अल्बानिया, हाँ अरे आप खोल के साथ चेक भी कर लें गूगल पे जाके। इसकी वालदा अल्बानिया से वहाँ गई थी, वहाँ जाके उसने असाइलम किया था काफी अरसा पहले, और अल्बानिया ने पता मुसलमान है, और अल्बानिया में इस्लाम किस कौन लेके आया था, बनु उमैया। देखिए सर, आप सारा चेक तो करें प्यारे भाई इस सिलसिला। आप लिखें इसकी डोनाल्ड भाईजान ट्रम्प और हमारा जो क्या नाम है सऊदी अरब का जो है ना, वो क्या नाम खलीफा, क्या नाम है खलीफुल खलीफ बुर्ज वो खलीफा। दोनों आपस में दोस्त है। बुर्ज खलीफा, आप तो बुर्ज ही कहेंगे ना। नहीं वो दोनों दोस्त हैं। पता है क्या, अभी जो सऊदी अरब का बोलेगा ना, पैसा फेंक तमाशा देख, जो वो बोलेगा ट्रम्प वैसा ही करेगा। एक दिन सऊदी अरब कह दे कि इस पे हमला कर दे, दूसरे दिन ईरान पे हमला ना हो जाए, तो बदले दिन पाकिस्तान भी करेगा हमला ईरान पर, अगर सऊदी अरब कह दे तो। बिल्कुल मैं ठीक, लेकिन जानी भाई आप मेरी बात को ऐसे मजाक न समझिएगा, आप थोड़ा सर्च कीजिए। इनकी वालदा जो थी वो अल्बानिया से गई थी, किसकी, डोनाल्ड ट्रम्प साहिबा की। वो बेसिकली अल्बानियन है, और अल्बानिया के अंदर इस्लाम आया था। ये तारिक बिन ज़ियाद वगैरह लेके आए थे ना इधर इस्लाम, स्पेन वगैरह की इधर तरफ शुमाली यूरोप में। तो ये सारे बनु उमैया अभी टाइम थोड़ा ज्यादा हो गया, वरना मैं अभी फोन लगाता अल्बानिया ने, एक बता दे। तो ये लोग ना बेसिकली, डोनाल्ड ट्रम्प आपने बिल्कुल सही नोट किया है कि वो बेसिकली बनु उमैया की लड़ी में से ही है। तो ये सारा सिलसिला एक ही है ना, इसलिए वो उसकी दोस्ती मोहम्मद बिन सलमान से भी है ना। देखें जरा सिलसिला जरा, इसलिए इससे बुग़्ज़ भी है तशी से ट्रम्प को, बिल्कुल बिल्कुल ईरान पे हमला करता है। क्योंकि शुरू से वो आया तो उसका इख्तलाफ है ईरान के साथ, शिया के खिलाफ। अच्छा, इंडिया में एक बोल रहा है, उसने दुकानों को खोल रहा है वो तोड़ कर। अली भाई यार आप जो मर्जी कर लें, अभी शिया बचने वाला नहीं है। अल्लाह ताला ने जो है ना अभी बहुत इन अपनी चाल मुकम्मल कर चुकी है, अभी ईरान बचने वाला नहीं है। अल्लाह ताला कहता है कि एक इंसान चाल चलता है और एक अल्लाह ताला, तो अल्लाह की चाल जो है बहुत, जैसे देखे ना वो हिटलर ने इन पर हमला किया तो सब रियासतें आज़ाद हो गई, पाकिस्तान भी आज़ाद हो गया, अफ्रीका में भी रियासतें आज़ाद हो गई, रूस में भी हो गई, बहुत से हो गई। तो वहाँ मुसलमानों ने तो कोई जंग नहीं की ना, ये काफिर आपस में ही लड़े अंग्रेज। जन्नत के नौजवानों के सरदार इमाम हसन इमाम हुसैन, और ये उनकी अहले बैत हैं। ये जो खामेनेई साहब हैं, तो ये कैसे जाया हो, ये भी सरदार हैं नौजवानों के जन्नत के। तो आप कैसे सोच सकते हैं कि ये मुल्क तबाह होगा। रसूल पाक सल्लल्लाहु अलैहि वसल्लम ने फरमाया था हज़रत इमाम हुसैन को कि मेरी उम्मत के लोग मारेंगे, और अमीर मुआविया को कहा था कि मुझे तुम्हारे बदन से खुशबू आती है कि तुम मेरे खानदान के किसी बंदे को मारोगे।
स्मेल आती तुम्हारे खून से, खुशबू नहीं स्मेल आती है कि तुम मेरे ही खानदान का खात्मा करोगे। बनु उमैया अली वालों ने किया। हाँ जी। अली भाई थोड़ा इंतजार करो, 2-4 दिन बस अभी। अली भाई डू यू रियली थिंक सो कि इन हदीसों में कोई ताकत या सच्चाई वाली बात या कुछ सेंस वाली बात है? भाई लिखी उन लोगों ने, मैं तो नहीं लिखी। नहीं, मैं ये नहीं कह रहा कि आपने लिखी हैं। मैं कह रहा हूँ कि इसको अगर अकली मंतकी तौर पे इसका जायजा लिया जाए तो जी। आपको लगता है कि इसमें किसी किस्म की कोई वो सच्चाई की बात है? ये जब ये एहतशाम साहब से बात करते हुए मैं इसमें सच्चाई नजर आ रही मुझे ना, बाकी चलो। जब ओह अच्छा अच्छा अली भाई पता है क्या, कतर का जो डिफेंस के साथ कांटेक्ट हुआ है ना हमारा, तो अभी उनको लड़ना पड़ेगा ईरान के खिलाफ, क्योंकि अगर ईरान उधर बम मारेगा तो उनको घंटा के लिए कांटेक्ट किया है कतर ने। ईरान किसी मुसलमान कंट्री में जुर्रत नहीं कि ईरान के साथ जंग कर सके। अच्छा हाँ जी, किसी मुसलमान कंट्री में हिम्मत नहीं कि ईरान पे उसने किया ना, सिर्फ बस सीना ठोक के सब पे बम मारे हैं, कोई एक भी हिला उसके सामने? हिलते हैं ना, जवाब देते हैं, अमेरिका को कहते हैं सानू बचाओ, खुद करते हैं ना अटैक। हाँ तो डिफेंस उन्होंने पैसे इसीलिए देते हैं ना, डिफेंस वो करें, और तो इसलिए तो नहीं देते कि ईरान ऐसे ही पे भौंके और फिर चुप खामोश रहे। शेर को फिर देंगे ना, शेर को पैसे यही तो जंग है कुफर के मुनाफिकत की, कि इन लोगों ने गैर मुस्लिमों को, यहूदियों को पैसे दे के अपने आप को अपनी हेल्प करवा रहे हैं, और एक मुसलमान कंट्री तनहा लड़ रहा है मौला अली का मानने वाला, उनका नहीं तो हमने कुत्ते पाले हुए हैं, शेर पाले हुए हैं। कुत्तू से कुत्ते ही लड़ते हैं, शेर तो क्या हाल अली अकबर भाई? नहीं देखे ना, वो तो कौन से मुसलमान है, शिया मुसलमान है। उनके बारे में अच्छी बातें करें। नहीं देखे ना अहमद भाई, ये कहते हैं जी देखो वो काफर पाले में, भाईजान इनमें उनमें क्या फर्क है, दोनों एक ही जैसे हैं। जब इन्होंने ऐसे धोखेबाज हैं ईरान वाले, इन्होंने गोरों को कहा कि तेल निकालो, जब तेल निकल गया इतने कांटेक्ट करके फिर उससे फिर गए। ये तो मुनाफिक हैं, इनके साथ लड़ाई उनकी अब इसी वजह से है कि इन्होंने तेल के पास ईरान के पास टेक्नोलॉजी नहीं थी। इन्होंने कहा ठीक है आप निकालो सारा को। इन्होंने गंदे कपड़े भी पहना शुरू कर दिए गोरियों की तरह, ये ईरान में सब फाशी इन्होंने एक्सेप्ट कर। और बड़ा से इनसे बड़ा काफिर कौन आपको चाहिए अली भाई? मौलाई खारजी साहब हैं, वो कोई इन्फॉर्मेशन दे रहे हैं, वो कह रहे हैं कि खामनाई तो खुद मुसलमानों का दुश्मन है, शाम में सिर्फ 15 लाख से ज्यादा मुसलमानों को मार चुका है। लो जी, नहीं कैसे मजहब अली भाई इधर नहीं आएंगे। अली भाई बताया ना यार, सीरिया में ये जुल्म हुआ, कितने लोगों का कत्ल हुआ मस्जिदों में, मैंने खुद देखा, मेरे पास वीडियो है। किसने किया वो जुल्म? है इसराइल ने किया यार। ये तो इसराइल ने किधर, रूस ने ईरान ने मिल के उसकी पुष्टपनाही की है, बशारतुल हसन की, और दोनों ने उधर मुसलमान सुन्नियों पर जुल्म किया। पाकिस्तान में भी, अफगानिस्तान में भी अभी जुल्म हो रहा है, ये बम फेंक रहे हैं, उधर से दहशतगर्द आते हैं, खुद का हमला करते हैं, मुसलमानों का आपस में लड़ा रहे हैं। लिहाजा ये ईरान जो है ख़त्म होना चाहिए। बीमारी जो है ना ये है, कहते हैं ना कि वो बीमारी की जड़ देखनी चाहिए किधर है, तो जड़ ईरान है। वहाँ से जो पाकिस्तान से बसें भर के जाती हैं ईरान, वो क्या सीखने जाते हैं उधर? यही बढ़ाते हैं उनको कि ऐसा करो, सुन्नियों को मुसलमानों का जुल्म करो, आगे बढ़ो, हुकूमत पकड़ो, ये करो, कब्जा करो मुल्क। और क्या बैंगन पे लेने जाते हैं उधर? आप लोग सऊदी क्या लेने जाते हो? हम तो उधर जो है हज करने जाते हैं या कुछ करने जाते हैं। नहीं हज नहीं करने जाते ना, आप तो यही करने जाते हो। नहीं हमें कोई सबक नहीं पढ़ाता। कभी देखा है कि सुन्नी ने कोई पत्थर के गिर्द चक्कर लगाने जाते हैं जी? या किसी दूसरे जानवर से। अच्छा, मैंने कि ये जो वहाँ ये सुन्नी मुसलमानों की कि उधर इन्होंने 3 स्टेचू बना के रखे हुए शैतान के, पत्थर के, और का सऊदी पर भी हमला कर दिया इसने, रियाज पर, दारुल हुकूमत रियाज, धमाकों से गूंज उठी। करें कि पागलों की तरह उसको पत्थर की कंकरियां मार रहे होते हैं साहब। मीडिया और बाज़ गैर मुल्की ज़राए ने ये दावे गर्दिश कर रहे हैं कि ईरान ने जवाबी कार्रवाई के दौरान खलीजी ममालिक में मौजूद अमरीकी तस्दीक़ात को निशाना बनाया, जिनमें रियाद भी शामिल बताया जा रहा है। जियो ईरान।
हालात सामने आ गए मैं ना दूसरे जंग अजीम शुरू होने वाली है अली भाई, घबराए रास नुकसान की सरकार या जुल्म हद से बढ़ जाते हैं ना, गरीब को देखा नहीं जाता तो फिर अल्लाह नाराज हो जाता है। अल्लाह कहता है अब तुम्हारा ठिकाना जहन्नम है, अब तुमको आपस में लड़ा के आजमाऊंगा। ले दे जाएगा। ये मौला अली का लख्त जिगर है खामनेई, ये ले जाएगा सबको, बहा के ले जाएगा अपने साथ, कुछ नहीं बचेगा। नहीं कुछ भी नहीं है। अभी क्या है, अभी अमेरिका और इसराइल जो है वो ईरान जो है, जो देखे ना ईरान क्या करता है, ये अपने अभी इसको एटम बम इस वजह से नहीं मिल रहा कि इस लोगों ये साथ वाले अरब मुल्क उनको पता है कि इसने हम पे ही हमला करना है, लिहाजा इसका ज्यादा जो शामिल ये अरब वाले मुल्क है कि इसको नहीं मिलना चाहिए बम, एटम बम ना बनाए। उसके पास है एटम बम, वो नहीं है, कुछ भी एटम बम है, किसी ने दिया होगा, या पाकिस्तान ने दिया होगा, या किसी खरीदा होगा एक। अमरीकी तस्दीकात को निशाना बनाया। देखो अमेरिका को मार रहा है अगला, किसी की जरूरत है अमेरिका को मारने की? ईरान मार रहा है, वाहिद ईरान है। नहीं अभी तो उधर है ना, उधर से तो हमला ही नहीं कर रहा ना, उधर से मिसाइल मार दिया, अभी तो पता ही नहीं जंग छेड़ दी। लेकिन ईरान ने कदम सही लिया है, ये नहीं है कि जो दुश्मनी अपनी जगह या गलत बात है, ईरान ने कदम सही लिया कि पहले हमला कर दिया, पहले उन चीजों को तबाह कर देंगे, बाद में उन्होंने वो करना ही करना है। लेकिन अभी मजबूरी बन जाएगी ट्रंप का हमला करना, पहले हो सकता है करे ना करे या कुछ ऐसा, सही है ना? अभी तो पार्टी शुरू होगी क्या नहीं अली अकबर भाई? अगर ईरान का जवाबी कार्रवाई चल रही है तो बड़ी खबर इस समय, खामनेई की मौत का दावा किया है अमेरिका और इजराइल ने। अमेरिकी राष्ट्रपति डोनाल्ड ट्रंप ने अपने एक हैंडल पर किए गए पोस्ट में लिखा है कि खामनेई को इतिहास के सबसे क्रूर लोगों में से एक बताया है। ट्रंप ने कहा है कि यह ईरान की जनता के लिए अपने देश को पाने का बड़ा अवसर है। ट्रंप ने यह भी कहा कि IRGC और अन्य ईरानी सैन्य सुरक्षा बल लड़ना नहीं चाहते हैं, यही सही समय है, बाद में उन्हें मौत का सामना करना पड़ेगा। तो बड़ी खबर, अमेरिका इजराइल का दावा कि आयतुल्लाह अली खामनेई ईरान के सर्वोच्च सुप्रीम कमांडर को मार गिराया गया। हालांकि कल जब हमला हुआ था उस समय ईरान ने कहा था कि खामनेई को सुरक्षित पहले ही निकाल लिया गया है, और इसके पहले भी नेतन्याहू ने खामनेई की मौत को लेकर के दावा किया था। आयतुल्लाह अली खामनेई 79 साल का वो बुजुर्ग जो ईरान का सर्वोच्च कमांडर है, ईरान के लिए सब कुछ, और अब उसकी मौत को लेकर के आ रही खबरों के बीच तेहरान और कुछ अन्य शहरों से जश्न की तस्वीरें भी सामने आ रही हैं। लेकिन अमेरिकी राष्ट्रपति डोनाल्ड ट्रंप ने जो बड़ा दावा किया है कि खामनेई को आवाज कट के आउं रही, मेनू आ रही है, सारे नु आ रही है, सोशल ट्रंप ने ये औपचारिक रूप से बयान दिया है। हालांकि इसके पहले भी ईरान का पिछले महीने पिछली बार जब इसी तरह की एयर स्ट्राइक की गई थी तब मिलिट्री रिजीम को निशाना बनाया गया था, और इस बार अमेरिका और इजराइल के इस ज्वाइंट ऑपरेशन में निशाने पर थे खामनेई। ये ट्रंप का सोशल मीडिया पोस्ट है, जब उन्होंने लिखा, खामनेई की पोस्ट में उन्होंने लिखा, यार आवाज मेनू कट के आ रही है, तानू भी कट के आ रही? नहीं यार सही आ रही है, कट के थोड़ी आ रही है। कौन सा यार ये खबरनामा जंग है? इसके पहले जब भी अमेरिका इजराइल की ओर से दावे किए गए हैं कि वहाँ मिलिट्री रिजीम, सर ताजा कट के आवाज आ रही सारे दी यार, ताजा ਜਿਹੜੀ ਨਾ ਤਾਜ਼ਾ ਰਿਪੋਰਟ ਰਾਦਾ ਦੇਣੀ ਹੁੰਦੀ ਨਾ ਕੀ ਦੁਨੀਆ ਤੇ ਚੱਲ ਰਿਹਾ ਭਾਈਜਾਨ, ਕੀ ਨਹੀਂ ਚੱਲ ਰਿਹਾ। ਹਾਂਜੀ रिटेलिएशन आई अली भाई ਤੁਹਾਡੇ ਲਈ जवाब दो। वो कहते ने अफगान मार चुके हैं अंग्रेज को, 20 साल जंग लड़ी है या अली मदद के बगैर। और जान यार सादा लोगों को मसला यह कि सादा लोगों ने बेचारों ने भी जमीन पे रहना है ना, उनके लिए अलग प्लानिट थोड़ी रब ने बनाना था। बिल्कुल इन लोगों बेचारे इधर ही फिर रहे थे, सादा लोग, इनको क्या पता क्या हो रहा है। ये वो जो सामने आते नारे मारने शुरू कर देते हैं। आज तो मौला रोकने भी नहीं आया। पाकिस्तान तो ऐलान कर दिया जिहाद फलस्तीन के साथ इसराइल के खिलाफ लड़ेंगे। पाकिस्तान लड़ेगा इसराइल के खिलाफ? हाँ ना, मुश्तका सब मौलवी बैठ गए भाईजान, मौलवियों को तो बहाना चाहिए, मौलवियों को तो बहाना चाहिए बैठ। नहीं वो कह रहा है जिहाद फर्ज हो गया अभी। अच्छा मेनू ना आवाज नहीं सही आ रही ते मैं करीब पहले चलाना वा। नहीं अभी खत्म होगा, नहीं भाई फायरिंग करेंगे भाईजान। आ रही है आपको, हमें आ रही है आपकी आवाज। उसकी बात भी सुन लो, आप कर दे हो। पाकिस्तान है भाईजान, ईरान के साथ वाई फायरिंग ही करनी होती है, कौन सा असर उसके साथ जाना होता है।
इस्लामी हुकूमतों पर जहाज सर्द हो चुका है। हाँ जी। ये मर गया मौलवी, सारे मौलवी मर गए। मौलवी का भाई यही है बड़ा यार तुम्हारी बदवा नहीं लगती अली भाई, ना दिया करें खुद, कहीं लग ना जाए, गिर ना जाओ कहीं। अच्छा चाम भाई, मौलवियां दे सारे बच्चे आप अमेरिका पढ़ते होने जे? नहीं जिहाद अगर फर्ज होया ना यार नहीं यार ये तो ना कहो ना, मौलवी साडे मजाहिद है ना, थानू पता होना चाहिए। ਇਹਨਾਂ ਟੋਰ ਅੱਗੇ, ਅੱਛਾ ਟੋਰ ਇਹਨੂੰ ਸਵੇਰੇ ਆਖੋ ਨਿਕਲੋ ਅੱਗੇ ਚੱਲੋ ਸਾਡੇ ਲੱਗੋ। ਅੱਛਾ ਤੁਸੀਂ 10 ਵੱਡੇ ਬੰਦੇ ਚੁਣ ਲਓ ਮੌਲਵੀ, ਉਹਨਾਂ ਦੇ ਵੀਜ਼ੇ ਅਸੀਂ ਲਵਾ ਦਿੰਨੇ ਆ। ईरान में इस वक्त क्या वक्त है भला? इस वक्त टाइम है 3 घंटे का फर्क है ना, 4 घंटे। अस्सलाम वालेकुम। मैं पे अफ्तारी मैं तो आख्या भट्ट साहब को पूछ के ना, तुझे मैनू उत्ते ही चुक लिया, रफा कर दिया मेरा। सर 3 बज गए ईरान में सुबह के ना, सुबह के 3 है। ओके क्या हो, सही रिपोर्ट से दिन में है ना यार। वो ऐसे बंदे हैं कसम से, उनका कोई मीडिया की चीज नहीं आ रही, ऐसे बंद किया उन्होंने हर चीज। या अली तेरे चाहने वालों की खैर, या अली तेरे मुल्क पे लानत बेशुमार। टेलीग्राम पे मैं बुज़दिल दुश्मन भारत की पाकिस्तान पर दोबारा जारियत की कोशिश। लाहौर, रावलपिंडी, कराची समेत मुख्तलिफ शहरों में ड्रोन से दरअंदाजी। मुस्तैद तक इजराइल साख्ता 25 ड्रोन मार एक की धुली खबर लाज दीजिए। आज दिए जख्मी DJI भारत ने हमला कर दिया पाकिस्तान पे। अच्छा यार मैनू ना आवाज नहीं सही आ रही, मैनू एक दफा बंद करनी पैनी है, ब्रॉड बंद करके मैं दोबारा ऑन करदा, मैनू कोई समझ नहीं किसी दी आ रही, कट के आवाज आ रही है जिदा पुराने जमाने सिग्नल आउंदे कट के। करो कर ले आप। मैं एक बारी बंद करके ते दोबारा ऑन करदा वा। क्या बकवास बातें करें, आप रहते कहाँ, जरा लोकेशन दो आपका। मेरा? हाँ कहाँ रहते आप? मैं दुबई में। दुबई में रह के गद्दार, क्या बातें कर रहे हैं आप, गद्दारी कर रहे हैं यहाँ बैठ के। दुबई में रहता हूँ मैं, इसके में गद्दारी करने की क्या बात है? मैं फैक्ट बता रहा हूँ। डरने की क्या बात है, क्यों डरेंगे? देखिए बाजी, ठहरो तुम बैठो। एक जिसकी खाना खाते हैं, जिसका रिज़्क़ खाते हैं, छोटी बहन बेटी मैं आपसे बहुत बड़ा हूँ, आपसे मैं 20 साल बड़ा हूँ, आप बहुत छोटी है। वो अब 20 साल की जब 25 साल की होगी, मैं मेरी उम्र जो है ना 50 साल से ऊपर है, बच्ची हुआ मेरी अभी छोटी सी। क्या बातें करें, तमीज से बात करें, तमीज से बात करें बेटी, अब तमीज से बात करें मेरी बच्ची, तमीज से बात करें। आप डर के भागे का त्याजबान में आप जाके जंग करो ना, क्या बातें मैं अभी आपको अच्छा मैं आपको अब मेरे दानिश भाई मैं अभी वीडियो भेज देता हूँ अभी आपको। अभी मेरे पास वीडियो आई है भाई, मेरा पूरा खानदान चला गया, दुबई छोड़ के जवान चला गया। डरते जा गया हूँगा, तुम्हारे जैसा हूँगा, डर के भागाऊंगा। तो आप भी जाएंगे ना, अभी डर के भाग जाएंगे सारे इधर उधर, देख लेना। तुम रहते कहाँ, लोकेशन डालो, अभी तुम्हारा लगाती हूँ वहाँ से। किधर रहते तुम, बताओ लोकेशन डालो जल्दी। पागल दानिश भाई इसका मेरी लोकेशन दे दो यार, मैं कहाँ रहता हूँ बताओ। तुम्हारे गुंडा अभी देखना, अभी जो है ना, अभी इंडियन एम्बेसी को कहोगे मुझे ना इंडिया ले जाओ, भागा दो यहाँ से। अभी आप इंडियन एम्बेसी को फोन करोगे, देख लेना। तुम नालायक, तुम रहना नहीं चाहिए, गद्दार। मैंने तो पाकिस्तानी एम्बेसी को फोन कर दिया कि मुझे यहाँ से निकालो। हरामिया, अरबों के मुल्क में रह के गद्दारी करते गुंडे। भाई मुझे मैं कमाने आया था, मैं वापस जाना चाहती हूँ, मेरे पाकिस्तान में हेल्प करेगा। निकलो यहाँ से, मुर्दा निकले तुम लोगों का, निकलो यहाँ से अरबों। भाई आप लोग भी जाएंगे, आप लोग भी इंडियन पासपोर्ट पे आए हुए यहाँ पे, आपके माँ बाप इंडियन है। हम लोग तुम्हारा भगाने के लिए बैठे हुए हैं यहाँ। अबे आप लोग अभी जाएंगे इंडियन एम्बेसी में जाएंगे, मजाक है सब ये कर रहे हैं। गद्दार है, गद्दार। ये औरत के नहीं मैं गद्दार नहीं हूँ, मैं अपने मुल्क भागूंगा ना, मैंने अपने मुल्क से पनाह ली है, मैं मुझे निकालो यहाँ से। अरे ओ बुड्ढे निकल जा यहाँ से, गद्दार कैसा। बेटी मेरी बात सुने, छोटी सी बेटी मेरी बात सुने, आप बात सुने। आप इंडियन एम्बेसी पे जाएं, उनको कहें कि 24 आवर के अंदर हमें यहाँ से निकालें, फिर हमारे लिए प्रॉब्लम हो जाएगी। अभी आप देखें, अभी बाहर निकले स्टोर में रश लग गया, वहाँ पे लोग लाइनों में लग गए हैं स्टोरों में, दुबई में। जहर खा के तुम सो जाओ वहीं, बिजली गिरे। आप बताएं, आप दुबई में रहती कहाँ रहती हैं, पहले मुझे बताएं, मैं लोकेशन भेजें, मैं अभी आपको बताता हूँ मैं कहाँ पे हूँ। मैं कितना बड़ा दुश्मन यहीं बैठा हुआ है, शैतान इब्लीस।
मेरा इसलिए नाम रखा हुआ डॉक्टर दुश्मन। खली खली वो सब सुन रहे हैं यहाँ पे, सीआईडी सारे सुन रहे हैं, सुनने दो खला। देखिए मैं खबर मैंने दे दी आपको वहाँ क्या पे। कहा है, देखिए मैंने खबर दी है ना, सबर मैं तो करो आपको बता रहा हूँ। हेलो जबान ओहो, पे हेलो, करो, मैंने कैंची की देखिए तरह आप जबान- इंडियन है, आप इंडियन है, आप इंडियन है, इंडियन पासपोर्ट पे हैं, आप इंडियन है, आप इंडियन एम्बेसी को अरे बीबी से तू फोन कर अरे दो, अरे वो तू नंबर चुप, लिखो। हमारा पासपोर्ट वो कैसा नंबर- देखा रहे तू कमीने बुड्ढे हरामी। है भाई, आप इंडियन, आप बेटी अब इंडियन है ना, छोड़ कमीने आप भाई दुबई में इंडियन, रह के तू दुबई में रह अब के इंडियन है ना, गद्दारी अब करता, कमीना आपको हरामी, हंसी। आपको 80 साल हो जाए, 100 साल भी हो जाए ना, आपको दुबई का पासपोर्ट नहीं मिलना, पता है अरे आपको? चुप बे चुप चुप, अब 1000 साल भी, पासपोर्ट है हमारे 1000 साल भी रह जाएंगे ना दुबई में, अब 1000 साल भी दुबई में रहेंगे ना, 1000 साल, फिर भी दुबई का पासपोर्ट नहीं मिलेगा आपको, आप रहेंगे इंडियन ही, अरे वो कमीने इंडियन ही रहेंगे, इंडियन ही रहेंगे, इंडियन, इंडिया जिंदाबाद। इसको म्यूट करो थोड़ा, इसको म्यूट करो जरा। आपने इंडियन ही रहेंगे। दुश्मन रुक जाओ। अच्छा बोलो म्यूट करो। बोलो स्पाइक फ्लावर आप बोलो। अरे ये हरामी पागल को बोलो, जिस जगह में रहता, जिस जमीन पे सोता कमीना, उसके वो मुल्क से गद्दारी कर रहा कमीना, नालायक, सुअर क्या औलाद। ओ नहीं ऐसा नहीं करो, नहीं करो। मेरी बारी देखिए, तू आवाज निकाली नको, तू गंदे गुंडा मारे गद्दार। जाओ इंडिया, जाओ इंडिया में, आपके पास जो तुम्हारे साथ इंडिया में हो रहा है ना, तुम्हारे साथ इंडिया में हो रहा है, चपेड़े पानी तुम्हें इंडिया में, तुम भाग के वहां से इधर आ गए हो, तुम इंडिया से भाग के दुबई में आ गए, तुम्हारे माँ बाप दुबई में आ गए, 100 साल भी रहोगे, पासपोर्ट नहीं मिलता, इंडियन ही तुमने, तुम लोगों ने इंडियन है ना, इंडियन पासपोर्ट है तुम्हारे पास, इंडियन है ना तुमने। अब्दुल उनको टाइम दे दो। अच्छा उनको टाइम दे दो। अच्छा उनको बुद्धरे को टाइम। अच्छा बोले अगर ना ये सही भी है ना, इसकी अपने माँ बाप की औलाद, तो बोलो एक गिलास पानी भी पीना तो दुबई में हराम है, ना निकल के जाओ ना इसको कमीने को यहाँ से हरामी। मेरी बारी, इनको म्यूट करें, बेटी को म्यूट करें। अच्छा म्यूट किया। मेरी बात देखें, अब इन्होंने इस बेटी को जरा सी तमीज नहीं है कि बड़ों के साथ किस तरह बात करते हैं, ठीक है ना। अपने आप को ये मुसलमान कहती हैं, ये दुबई में रहती हैं, इनके पास पाकिस्तानी इंडियन पासपोर्ट है, 1000 साल भी दुबई में रह जाएंगी ना, 1000 साल, दुबई वालों ने इनको कभी पासपोर्ट नहीं देना, उनकी लॉ है उनका, वो पासपोर्ट देते नहीं किसी को भी। ये किस तरह कह रही है हम दुबई के हैं? अबे जाओ एम्बेसी में, जाओ वहां जाके अपने नाम लिखा लो, निकल जाओ वहां से, बात नहीं मानते। दानिश भाई इनको बताओ यार, ये किस तरह के लोग हैं यार। मैं इनको अच्छी मशवरा दे रहा हूँ कि जाके नाम लिखवा दो अपना, कभी भी कुछ हो सकता है, अपने मुल्क में तो जाओगे आप। ये वहां पे पैदा हुए तो इनको थोड़ी सी अरबी बोलनी आ गई, जब कहने हम अरबी बन गए, अरबी तुम्हारी सारी जिंदगी नहीं अरबी बन सकते तुम लोग। अरबी कभी किसी को पासपोर्ट नहीं देते, नेशनलिटी नहीं देते। ओ डर गए क्यों बोला आपने उनको? डर गए हैं भाई, मैं बता रहा हूँ, मैंने बता रहा हूँ भाई, मेरी फैमिली रहती है, वो डर गई है, सीधी सी बात है यार, इंसान है ना भाई, भाई इंसान है, कोई वो थोड़ी है, फरिश्ते थोड़ी है कि डर के हम बम के सामने खड़े हो जाएंगे। भाई डर लग गया। अब मैंने उनको कहा भी निकल जाओ, पाकिस्तानी एम्बेसी को फोन करो अगर इतनी प्रॉब्लम हो रही है। अभी वो अजमान चले गए मेरी फैमिली, कहते तो मैं मैसेज आपको अभी फॉरवर्ड भी कर दूंगा, उन्होंने मैसेज आ रहे हैं, अजमान जा रहे हैं, क्योंकि इनके बॉर्डर करीब है, वो अजमान जा रहे हैं सारे। ये लोग वही लोग हैं, गरदार लोग हैं, ये इंडिया के सारे गरदारी करके ना ये दुबई में आके बैठ गए सारे इनके माँ बाप। अब वहाँ पे ये पैदा हो गई बच्चियाँ, छोटी छोटी सी बच्चियाँ, ये पता नहीं ये मैट्रिक में पढ़ती होगी, 10वीं में पढ़ती होगी। इसकी लैंग्वेज सुनी है आपने? ये पढ़ी लिखी लग रही कहीं से भी आपको? नहीं अब ये देखो इनकी लैंग्वेज सुनो आप, इनकी लैंग्वेज सुनो आप, आपको इनकी लैंग्वेज से पता लग रहा होगा ये कितनी, कहते हैं ना, हल्की घर के बंदे हैं। ये झोपड़ियों में रहते होंगे वहां पे, और ये दुबई में आ गई बेचारी। अब दुबई में आगे इनके पास थोड़ी भी गाड़ियां आ गई, इनको बोलने की तमीज नहीं आई। नहीं होगा पैसा भी होगा, ऐसा नहीं गरीब नहीं होंगी, लेकिन होंगी का मतलब नहीं है, गरीब तो दुबई में जाके अमीर हो ही जाता है बंदा। हेलो म्यूट करो इनको, म्यूट करो। अच्छा म्यूट करता हूँ मैं इनको, आप बोलो। झोपड़ियों की रहने वाली है, और झोपड़ियों की, अच्छा झोपड़ी में रहती हैं आप? स्पाइक अरे वो पागल, मैं तेरे जैसे 10 को पाल सकती हूँ, कमीने बुड्ढे खूसट गद्दार, दुबई में रह के गद्दारी करता आस्तीन के साथ। हमको बोला हिंदुस्तान के हैं, यहाँ के हैं, लोकल है हम लोग। फैक्ट्री है और तुम्हारी ऐसी औरतों को ना मैं वहाँ पे छुपाइयों पे रख दूँ मैं। मेरे पास मैंने 15 इंडियन औरतें रखी दुबई में, 15 इंडियन औरतें दुबई में हैं, सफाइयाँ करती हैं। को कैंसिल कराने लगा थी आधी रात। मेरे पास दुबई में 15 औरतें मैंने इंडिया से बुला के सफाइयों पे रखी हुई है तुम्हारी जैसी। अगर तू सही है ना तो अपने माँ बाप की औलाद है तो दुबई का एक गिलास पानी भी पीना तेरे लिए हराम है आज।
समझा ना? मैं क्यों, मैं वहाँ पे पैसे इन्वेस्टमेंट किए मैं लाखों, मैं वहाँ पे अमीर बंदा हूँ मैंने। तू क्या बना रहे कमीने, तू हर जगह का गद्दार है, तू हर मुल्क का नाम ले रहा। आप गद्दार हो, इंडिया छोड़ के भाग के इधर आ गए हो, आप गद्दार हो, आप इंडिया के खिलाफ बातें कर रहे हो, गद्दार हो गद्दार। अरे वो भिखारी, तू यहाँ क्या कर रहा है दुबई में गद्दार? गद्दार हो, इंडिया छोड़ के दुबई में भाग के आ गए और इंडिया के खिलाफ बातें कर रहे हो। अब जाओ इंडिया, अभी मोदी उठा के तुम्हें बाहर फेंकेगा। क्यों है इधर? मोदी उठा के तुम्हें बाहर फेंकेगा। अगर आइंदा से गलत सलत बातें करेंगे ना, बच्चा नहीं तुम गद्दार लोग हो, इंडिया छोड़ के भाग गए हो, इंडिया पासपोर्ट पे तुम वहाँ पे रह रहे हो। अरे तू क्या कर रहा है यहाँ, ये बता। गद्दारी दुश्मनी कर रहा है, अरबों को देख ले। मैंने पैसा इन्वेस्टमेंट किया हुआ है यहाँ पे, मेरे पास गोल्डन वीजा है, आपको पता है मेरे पास गोल्डन वीजा है। आपने गोल्डन वीजा सुना कभी? तू तेरे वीजा पे तुम्हारे पास तो वर्क परमिट लेके तुम लोग आए हुए सफाइयों पे। निकल। अगर तू सही में मर्द की औलाद है ना, आज की रात तेरे लिए हराम है। आप लोग इंडिया से वर्क परमिट लेके ना सफाइयाँ करने यहाँ पे आए हुए। आज की रात हराम है। अगर तू हलाल की औलाद है तो तेरी 24 आवर मिल गए आपको, जाओ इंडिया पासपोर्ट, इंडिया में जाके अपने पासपोर्ट का नंबर लगवा दो। अरबों की जमीन पे रह के गद्दारी कर रखा। इंडिया जाके इंडिया एम्बेसी खुली हुई है, इंडिया में जाओगे, इंडिया की न्यूज सुन लो अपना दानिश भाई, इंडिया की न्यूज सुन लो भाई, इंडिया की न्यूज सुनो। ये पागल है, ये ऐसी औरतें पागल ही होती, थोड़ी सी खट दिमाग होती हैं। इंडिया की न्यूज सुनो, इंडिया ने अपने इंडियन को कह दिया है 24 आवर में अपने नाम लिखा दो एम्बेसी में आके। ये लोग समझते नहीं है, ये पागल हुए में बेवकूफ इंसान भी जाने बचाओ वहां से, पागल इंसान बेवकूफ। आपने गरीब क्यों बोला उनको? वो गरीब लोग ही है ना, गरीब लोग ही जाते ना। मैं भी गरीब हूँ ना, मैं भी गरीब होके यहाँ पे अमीर हो गया ना आके, सिंपल सी बात है ना। ये भी गरीब ही होंगे ना वहां से, जो अपना मुल्क छोड़ के जहाँ पे आ गए किसी और मुल्क में काम करने। अगर अमीर होते तो किसी मुल्क में, अपने मुल्क में काम ना करते। ये की बात हो रही है दानिश भाई। हम लोग अपने मुल्क में नहीं कमा सकते, तभी तो महाजर हो गए किसी और मुल्क में आके काम कर रहे हैं। अगर हम लोग अपने मुल्क में होते बादशाह, तो हम पागल हैं यहाँ पे आके किसी की वो बर्तन साफ करते आके। ये झोंपड़ी में रहने वाली औरतें, इनको वो देखें, इनकी ये हैदराबादी जो है ना, सारे हैदराबादी बोलियां, मैं इनको पहचान दो अच्छी तरह। खली वली जो करते हैं सारे, ये सारे हैदराबादी हैं, काली मिर्चें खाने वाली। ये मिर्चें बहुत खाती हैं हैदराबादी, आपको पता है? ये मुझे पता नहीं है दानिश भाई मेरे दोस्त हैं हैदराबादी, यहाँ फिरते रहते हैं, मिर्चें बहुत खाती हैं, बहुत मिर्चें खाती हैं, तभी तो इनकी जुबान से मिर्चें निकलती हैं। प्यार मोहब्बत है नहीं इनकी जुबानों में। ओ भाई जाओ 24 आवर के अंदर इंडिया जाके न्यूज सुन लो। भाई न्यूज के ऊपर इतबार कर लो यार। और स्काई न्यूज सुन लो, कोई इंग्लिश में थोड़ी बहुत ही आती है, कोई दानिश भाई इंग्लिश लगाओ, स्काई न्यूज लगाओ, भी पता लग जाएगा आपको। नहीं यार क्या हो रहा है पता नहीं, देखो क्या नहीं स्काई, अभी मैं झूठ नहीं मारा दानिश भाई, मैं झूठ नहीं मारा, मैं पागल हूँ, झूठ मारूंगा। स्काई न्यूज लगा लो, अभी आपको आधे घंटे में सारा कुछ तितर बितर पता लग जाएगा। ये जो औरतें बोल रही है ना, इन्होंने मर्द अपने मरवाने सारे यहाँ दुबई में। हाँ ये औरतों ने कहना नहीं होगा कुछ, रह जाओ। अबे पागल निकलो वहां से यार, अपनी जाने बचाओ, अपने मुल्क जाओ वापस भाई। मैंने तो अपनी फैमिली को कहा निकलो वहां से भाई। अब पाकिस्तानी एम्बेसी में जाके नाम लगाओ, वो निकालेंगे तुम्हें वहां से, कहीं किसी जगह से लेके जाएंगे वो। ये पता नहीं इन्होंने क्या समझा हुआ कि कुछ होना ही नहीं है भाई। जंग हो रही है दानिश भाई, जंग हो रही है यार, कोई खेला खुली थोड़ी हो रही है, कि क्रिकेट के मैच थोड़ी हो रहे हैं यहाँ पे। एक मिसाइल आना है, लाखों बंदे मर जाने यार बेफजूल में। एक होटल भी हिट हुई है। हाँ जी, इनको पता ही नहीं है, ये पता नहीं कौन सी नगरी में बैठी हुई है, रोटी पकानी है कि दाल पकानी, क्या पका रही है, सुबह की सैरी खाने लगी है, भूख लग रही है, इनको क्या हो रहा है समझ नहीं आ रही इनको। अच्छी मशवरे दे रही हूँ। वो छोटी सी बच्ची है, 20 साल की बच्ची है, उसको बोलने की तमीज नहीं है यार उस औरत को। वो कैसी बातें कर रही है यार। अब दुबई में रहती है, ये एजुकेशन ली हुई है दुबई में इन्होंने। नहीं बोलना, किसी को बुरा नहीं बोलना चाहिए यार, बुरा नहीं। मैं न्यूज़ देख रहा था अभी क्या हो रहा है, वो दुबई की होटल पे भी हमला हुआ ना। वो नहीं मैं झूठ मारूं, मैंने कहा है उनको यार अब देखो, अपनी जान बचाना हर मुसलमान का फर्ज है। अल्लाह मियां ने कहा अपनी जानें बचाओ जहां तक आप बचा सकते हो। अब ये तो नहीं ना मिसाइल के सामने खड़ा हो जो खली बली होकर खड़े हो जो हमें करके दिखाओ कुछ, हम यही मरेंगे।